ਜਦੋਂ ਘਰ ਗਏ ਕਿਤੇ ਘਰਦਿਆਂ ਨੇ ਹਾਲਤ ਪੁੱਛਣੀ ਸੀਗਾ ਉਹਨਾਂ ਨੂੰ ਹੁਣ ਇੰਨੀ ਗੱਲ ਨਹੀਂ ਪਤਾ ਕਿ ਅਸੀਂ ਕਿਹੜੀਆਂ ਚੀਜ਼ਾਂ ਦੇ ਵਿੱਚੋਂ ਲੰਘੇ ਹੈ ਨਾ ਸਟੂਡੈਂਟ, ਕਿਉਂਕਿ ਸਟੂਡੈਂਟ ਲਾਈਫ ਸੌਖੀ ਨਹੀਂ ਹੈਗੀ। ਇਹ ਨੈਚੁਰਲ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤੇ ਜਦੋਂ ਇਹ ਕੰਪੀਟੀਸ਼ਨ ਹੁੰਦਾ ਬਕਾਇਦਾ ਫਿਰ ਉੱਥੇ ਟੈਸਟ ਹੁੰਦਾ ਵਾ ਤੁਹਾਡਾ ਵੀ ਵਾਕਈ ਇਹ ਬੰਦੇ ਨੇ ਕਦੇ ਇਦਾਂ ਦਾ ਕੋਈ ਡਰੱਗਸ ਵਗੈਰਾ ਨਾ ਲਈ ਹੋਵੇ। ਬਿਲਕੁਲ ਜੀ, ਉੱਥੇ ਜਿਹੜਾ ਓਵਰਆਲ ਵਿਨਰ ਬਣਦਾ ਆ ਰਾਈਟ ਅਵੇ ਸਟੇਜ ਤੋਂ ਉੱਤਰਦੇ ਉਹਦਾ ਡੋਪ ਟੈਸਟ ਹੁੰਦਾ ਆ। ਅੱਛਾ ਜੀ। ਹਾਂਜੀ, ਉਹ ਯੂਰੀਨ ਟੈਸਟ ਕਰਦੇ ਆ। ਯੂਰੀਨ ਟੈਸਟ ਕਰਦੇ ਆ ਤੇ ਫਿਰ ਉਹਦੇ ਥਰੂ ਚੈੱਕ ਕਰਦੇ ਵੀ ਹਾਂ ਇਹਦੇ ਯੂਰੀਨ 'ਚ ਕੋਈ ਸਾਲਟ ਤਾਂ ਨਹੀਂ ਹੈਗਾ ਜਾਂ ਇਹੋ ਜਿਹੀ ਕੋਈ ਕੈਮੀਕਲ ਤਾਂ ਨਹੀਂ ਉਹਨਾਂ ਨੂੰ ਮਿਲਿਆ ਜਿਹਦੇ ਨਾਲ ਵੀ ਪਤਾ ਲੱਗ ਜੇ ਮਿਲ ਗਿਆ ਕੋਈ ਉਹਨਾਂ ਨੇ ਰਾਈਟ ਅਵੇ ਉੱਤੋਂ ਉਹ ਟਾਈਟਲ ਡਿਸਕੁਆਲੀਫਾਈ ਕਰ ਦਿੰਦੇ। ਜਦੋਂ ਜੇ ਕਿਸੇ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਨਾ। ਮੈਨੂੰ ਇੱਕ ਪੁਆਇੰਟ ਤੇ ਨਹੀਂ ਪਤਾ ਸੀ ਇਹ ਚੀਜ਼ ਦਾ ਕਿ ਅਸੀਂ ਜਿਮ ਤੋਂ ਬਾਅਦ ਵੀ ਕੁਝ ਲਾਈਕ ਅਸਲੀ ਹੋਮਵਰਕ ਜਿਮ ਤੋਂ ਬਾਅਦ ਆ। ਸੋ ਡਾਈਟ ਦਾ ਮਤਲਬ ਕਨਸੈਪਟ ਪੂਰਾ ਉਹਨਾਂ ਦਾ ਇੱਕ ਵਿਜ਼ਨ ਚੇਂਜ ਆ ਵੀ ਡਾਈਟ ਨੂੰ ਪਤਾ ਨਹੀਂ ਕਿੰਨਾ ਫੋਕਾ ਬਣਾ ਕੇ ਖਾਣਾ। ਡਾਈਟ ਤੁਹਾਡੀ ਉਹ ਆ ਜੋ ਤੁਹਾਡੇ ਹਿਸਾਬ ਨਾਲ ਫਲੈਕਸੀਬਲ। ਨਿਊਟ੍ਰੀਸ਼ਨ ਥਰੂ ਆਊਟ ਦਾ ਡੇ ਤੁਹਾਡੇ ਡਿਸਟਰੀਬਿਊਟਡ ਰਹਿਣੀ ਚਾਹੀਦੀ ਬੋਡੀ, ਤੁਹਾਡੀ ਬੋਡੀ ਐਕਟਿਵ ਰਹਿਣ ਲਈ। ਸਭ ਤੋਂ ਵਧੀਆ ਪ੍ਰੋਟੀਨ ਸੋਰਸ ਸਭ ਤੋਂ ਪਹਿਲੇ ਜੇ ਮੈਂ ਕਹਾਂ ਕਿ ਹੈਗਾ ਵੈਜੀਟੇਰੀਅਨ ਲਈ ਉਹਦਾ ਮੂੰਗ ਦੀ ਦਾਲ। ਲੋਕਾਂ ਨੂੰ ਬਸ ਇਹੀ ਆ ਵੀ ਆਪਣੇ ਘਰ ਜਿਹੜੀ ਚੀਜ਼ ਪਈ ਨਾ ਉਹਦਾ ਨਿਊਟ੍ਰੀਸ਼ਨ ਹੈ ਨਹੀਂ ਖਰੇ, ਉਹ ਇੱਦਾਂ ਹੀ ਹੈ। ਇਹ ਕਹਿੰਦੇ ਵੀ ਸੋਇਆ ਜ਼ਿਆਦਾ ਖਾਣ ਦੇ ਨਾਲ ਸਾਡਾ ਐਸਟ੍ਰੋਜਨ ਲੈਵਲ ਅਪ ਹੋ ਜਾਂਦੇ ਆ ਜੀ, ਟੈਸਟੋਸਟੈਰੋਨ ਲੋ ਚੱਲ ਜਾਂਦੇ ਆ। ਹੁਣ ਇਹਦੇ ਆਲੇ ਦੁਆਲੇ ਲਾਈਕ ਕਾਫੀ ਜ਼ਿਆਦਾ ਸਟੱਡੀਜ਼ ਹੋਈਆਂ ਆ ਕਿ ਜਾਂਦੇ ਕਿ ਨਹੀਂ ਜਾਂਦੇ, ਐਸਟ੍ਰੋਜਨ ਅਪ ਜਾਂਦੇ ਕਿ ਨਹੀਂ ਜਾਂਦੇ। ਸੋ ਇਹ ਸਟੱਡੀ ਕੋਈ ਵੀ ਇੱਕ ਪੁਆਇੰਟ ਤੇ ਆ ਕੇ ਨਹੀਂ ਗਈ ਵੀ ਹਾਂ ਇਹ ਪ੍ਰੂਵ ਹੁੰਦਾ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਦੋਸਤੋ, ਅੱਜ ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਤਾਣਾ ਬਾਣਾ ਕਈ ਵਾਰੀ ਇਸ ਤਰ੍ਹਾਂ ਉਲਝ ਜਾਂਦਾ ਕਿ ਅਸੀਂ ਆਪਣੀ ਸਿਹਤ ਤੇ ਖੁਰਾਕ ਵੱਲ ਪ੍ਰੋਪਰ ਧਿਆਨ ਨਹੀਂ ਦੇ ਪਾਉਂਦੇ। ਔਰ ਇਸ ਸਵਾਲ ਦਾ ਬੜਾ ਵਧੀਆ ਜਵਾਬ ਦਿੱਤਾ ਹੈ ਪੰਜਾਬੀ ਦੇ ਇੱਕ ਮਕਬੂਲ ਗਾਇਕ ਵੱਲੋਂ। ਸੂਰਾਪ੍ਰਿਆ ਨਾਮ ਹੈ ਉਹਨਾਂ ਦਾ, ਕਿ ਕਿਹਦੇ ਕੋਲ ਅੱਜ ਕੱਲ੍ਹ ਟਾਈਮ ਤਾਂ ਕੱਢਣਾ ਪੈਂਦਾ ਹੈ। ਅਤੇ ਮੈਨੂੰ ਯਕੀਨ ਆ ਕਿ ਥੋੜ੍ਹਾ ਜਿਹਾ ਅਗਰ ਟਾਈਮ ਕੱਢ ਕੇ ਤੁਸੀਂ ਸਾਡਾ ਇਹ ਪ੍ਰੋਗਰਾਮ ਦੇਖ ਲਵੋ ਤਾਂ ਤੁਹਾਡੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਕਾਫੀ ਹੱਲ ਹੋ ਜਾਵੇਗਾ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਮਹਿਮਾਨ ਨੂੰ ਅਸੀਂ ਬੁਲਾਇਆ ਹੈ ਉਹ ਇੱਕ ਪਰਸਨਲ ਟ੍ਰੇਨਰ ਵੀ ਨੇ ਅਤੇ ਨਾਲ ਦੇ ਨਾਲ ਨਿਊਟ੍ਰੀਸ਼ਨ ਐਕਸਪਰਟ ਵੀ ਨੇ। ਨਾਮ ਹੈ ਉਹਨਾਂ ਦਾ ਸਰਬਜੋਤ ਸਿੰਘ। ਆਓ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਬਜੋਤ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਭਾਈ। ਸਭ ਤੋਂ ਪਹਿਲੇ ਤਾਂ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੇਖਣ ਵਾਲੇ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਗੇ ਵੀ ਤੁਸੀਂ ਬਹੁਤ ਪਿਆਰ ਦਿੱਤਾ ਆ, ਤੁਸੀਂ ਰਿਕਾਰਡਿੰਗ ਕੀਤੀ ਮੇਰੀ ਵੀਡੀਓ 'ਚ ਮੇਰੇ ਵਰਕਆਊਟ ਬਾਰੇ, ਮੇਰੇ ਕੰਪੀਟੀਸ਼ਨ ਤੋਂ ਪਹਿਲੇ। ਸੋ ਬਹੁਤ ਚੰਗਾ ਲੱਗਿਆ ਜਦੋਂ ਮੈਨੂੰ ਇੰਨਾ ਜ਼ਿਆਦਾ ਰਿਸਪੌਂਸ ਆਇਆ, ਲੋਕਾਂ ਨੇ ਪਿਆਰ ਦਿੱਤਾ ਹੈ ਨਾ। ਸੋ ਉਮੀਦ ਕਰਦਾ ਅੱਗੇ ਵੀ ਇਹ ਚੀਜ਼ਾਂ ਹੁਣ ਮੈਂ ਸ਼ੇਅਰ ਕਰਾਂ ਤਾਂ ਕਿਸੇ ਦੇ ਹੈਲਪ ਚਾਹਣ। ਉਹ ਜਿਹੜੀ ਵੀਡੀਓ ਸੀ ਨਾ ਬਹੁਤ ਲੋਕਾਂ ਨੇ ਪਸੰਦ ਕੀਤੀ ਅਤੇ ਅੱਜ ਤੁਹਾਨੂੰ ਦੁਬਾਰਾ ਸੱਦਣ ਦਾ ਕਾਰਨ ਵੀ ਇਹੀ ਹੈ ਕਿਉਂਕਿ ਲੋਕਾਂ ਨੇ ਕਿਹਾ ਵੀ ਵਾਕਈ ਉਹ ਭਾਈ ਕੰਟੀਨਿਊਟੀ ਕੀਤੀ ਜਾਵੇ, ਸਾਨੂੰ ਹੈਲਥ ਨਾਲ ਰਿਲੇਟਡ ਹੋਰ ਟਿਪਸ ਜਿਹੜੇ ਆ ਉਹ ਦਿੱਤੇ ਜਾਣ। ਬਿਲਕੁਲ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਰੀਸੈਂਟਲੀ ਇੰਡੀਆ ਵਿਜ਼ਿਟ ਕਰਕੇ ਆਏ ਜੇ ਜੀ। ਮੈਨੂੰ ਲੱਗਦਾ ਵੀ ਜਦੋਂ ਦੇ ਸਟੂਡੈਂਟ ਦੇ ਤੌਰ 'ਤੇ ਪਹਿਲੀ ਵਾਰੀ ਗਏ ਸੀ। ਹਾਂਜੀ ਹਾਂਜੀ। ਅਤੇ ਫਿਰ ਜਦੋਂ ਇਹ ਘਰੇ ਪਹੁੰਚੇ ਬੜਾ ਚਾਅ ਮਲਾਰ ਹੋਇਆ ਹੋਣਾ, ਮਾਂ ਨੇ ਬਹੁਤ ਪਿਆਰ ਕੀਤਾ ਹੋਣਾ ਅਤੇ ਕਿਵੇਂ ਦਾ ਮਹਿਸੂਸ ਕੀਤਾ ਉਹਨਾਂ ਨੇ ਵੀ ਸਾਡਾ ਬੱਚਾ ਜਦੋਂ ਐਜ਼ ਏ ਸਟੂਡੈਂਟ ਗਿਆ ਸੀ ਉੱਥੇ ਜਾ ਕੇ ਇੰਨੀਆਂ ਮੱਲਾਂ ਮਾਰੀਆਂ, ਕੰਪੀਟੀਸ਼ਨ ਜਿੱਤੇ ਨੇ, ਕਿੰਨਾ ਕੁ ਮਾਣ ਮਹਿਸੂਸ ਹੁੰਦਾ ਉਹਨਾਂ ਨੂੰ? ਬਿਲਕੁਲ। ਪਹਿਲੀ ਗੱਲ ਤਾਂ 4 ਸਾਲ ਬਾਅਦ ਮੈਂ ਵਾਪਸ ਗਿਆ ਸੀ ਇੰਡੀਆ ਜੀ। ਜਦੋਂ ਦਾ ਮੈਂ ਕੈਨੇਡਾ ਆਇਆ ਅਤੇ ਸਟੱਡੀ ਕਰਨ ਤੋਂ ਬਾਅਦ ਵਰਕ ਪਰਮਿਟ 'ਤੇ ਆਇਆ। ਫਿਰ ਹੌਲੀ ਹੌਲੀ PR ਦਾ ਜਿੱਦਾਂ ਇੱਕ ਪ੍ਰੋਸੈਸ ਹੁੰਦਾ ਹੈ ਸਟੈਪ ਬਾਏ ਸਟੈਪ, ਅਤੇ ਉਹਦੇ ਨਾਲ ਜਦੋਂ ਘਰ ਗਏ ਕਿਤੇ ਘਰਦਿਆਂ ਨੇ ਹਾਲਤ ਪੁੱਛਣੀ ਸੀਗਾ ਉਹਨਾਂ ਨੂੰ ਹੁਣ ਇੰਨੀ ਗੱਲ ਨਹੀਂ ਪਤਾ ਕਿ ਅਸੀਂ ਕਿਹੜੀਆਂ ਚੀਜ਼ਾਂ ਦੇ ਵਿੱਚੋਂ ਲੰਘੇ ਹੈ ਨਾ ਸਟੂਡੈਂਟ, ਕਿਉਂਕਿ ਸਟੂਡੈਂਟ ਲਾਈਫ ਸੌਖੀ ਨਹੀਂ ਹੈਗੀ ਹੈ ਨਾ। ਸਟੂਡੈਂਟ ਲਾਈਫ ਔਖੀ ਆ, ਜਿਹੜਾ ਜਾਣਦਾ ਲਾਈਕ ਸਟੂਡੈਂਟ ਹੀ ਆ ਉਹੀ ਹੈ ਨਾ। ਬਟ ਫੋਰ ਸ਼ੋਰ ਉਹਨਾਂ ਨੇ ਇਹੀ ਚੀਜ਼ ਸੀਗੀ ਵੀ ਦੇਖ ਕੇ ਹੈ ਨਾ ਵੀ ਤੂੰ ਮੂੰਹ ਤੇਰਾ ਸੁੱਕ ਗਿਆ ਆ ਵੀ ਹੁਣ। ਬਟ ਉਹਨਾਂ ਨੂੰ ਇੱਕ ਗੱਲ ਪਤਾ ਆ ਆਲਰੇਡੀ ਕਿ ਮੈਂ ਜਦੋਂ ਕੰਪੀਟੀਸ਼ਨ ਦੀ ਪ੍ਰੈਪ ਕਰਦਾ ਹੈ ਨਾ ਸਾਡਾ ਮੂੰਹ ਸੁੱਕਦਾ ਆ ਬਟ ਸਰੀਰ ਇਹ ਨਹੀਂ ਕਿ ਜਾਨ ਘੱਟ ਜਾਂਦੀ ਆ ਜਾਂ ਸਰੀਰ, ਕਿਉਂਕਿ ਉਹ ਸਿਰਫ ਇੱਕ ਫੈਟ ਪਰਸੈਂਟੇਜ ਘਟਾਈ ਦੀ ਆਪਾਂ ਬੋਡੀ ਦੀ। ਇਸ ਕਰਕੇ ਸਰੀਰ ਥੋੜ੍ਹਾ ਜ਼ਿਆਦਾ ਚੰਡ ਲਈਦਾ ਆਪਾਂ ਵੀ ਹੈ ਨਾ। ਉਨੀ ਸਾਡੀ ਡੈਫੀਨੇਸ਼ਨ ਆਉਣੀ ਚਾਹੀਦੀ ਬੋਡੀ ਦੀ ਸਟੇਜ 'ਤੇ। ਤੋ ਬਾਕੀ ਉਹਨਾਂ ਨੇ ਉੱਦਾਂ ਬੜਾ ਹੁਣ ਵੀ ਹਾਂ ਬਹੁਤ ਤੂੰ ਡਾਈਟਿੰਗ ਕਰ ਲਈ ਅਤੇ ਆ ਜਾ ਥੋੜ੍ਹੀ ਰੋਟੀਆਂ ਖਾ ਲਾ, ਪਰੌਂਠੇ ਖਾ ਲਾ, ਪਿੰਨੀਆਂ ਘਿਓ ਮੱਖਣ ਪਾ ਕੇ ਚੰਗੇ ਖਵਾਏ। ਬਿਲਕੁਲ ਬਿਲਕੁਲ। ਪਿੰਨੀਆਂ ਖਾਧੀਆਂ, ਮੈਂ ਪਿੰਨੀਆਂ ਲੈ ਕੇ ਵੀ ਆਇਆ ਨਾਲ ਉੱਥੋਂ ਬਣਵਾ ਕੇ ਹੈ ਨਾ। ਅਤੇ ਯਾਰਾਂ ਦੋਸਤਾਂ ਨੇ, ਬਾਕੀ ਫੈਮਿਲੀ ਮੈਂਬਰਸ ਨੇ, ਕਾਫੀ ਜਣਿਆਂ ਨੇ ਬਹੁਤ ਸਪੋਰਟ ਕੀਤਾ
ਤੇ ਪਿਆਰ ਕੀਤਾ ਕਾਫੀ ਜਣਿਆਂ ਨੇ ਤੇ ਬੜਾ ਵਧੀਆ ਲੱਗਿਆ ਮੈਨੂੰ। ਜੀ ਵਾਕਿਆ ਮੈਨੂੰ ਲੱਗਦਾ ਵੀ ਜਦੋਂ ਖਾਸ ਕਰਕੇ ਮਾਵਾਂ ਦੇਖਦੀਆਂ ਨਾ ਕਿ ਬੱਚਾ ਭਾਈ ਚੰਗਾ ਭਲਾ ਗੋਲੂ ਮੋਲੂ ਭੇਜਿਆ ਸੀਗਾ ਤੇ ਜਦੋਂ ਹੁਣ ਵਾਪਸ ਆਇਆ ਵਾ ਬੋਡੀ ਸ਼੍ਰੈਡ ਕੀਤੀ ਪਈ ਆ, ਮਸਲ ਕੱਲੇ ਦਿਖਦੇ ਪਏ, ਫੈਟ ਬਿਲਕੁਲ ਹੈ ਨਹੀਂ ਗੀ ਤੇ ਟੈਨਸ਼ਨ ਤਾਂ ਹੋ ਜਾਂਦੀ ਆ। ਤੇ ਨੋ ਡਾਊਟ ਉਹਨਾਂ ਨੇ ਪਿਆਰ ਮੁਹੱਬਤ ਜਤਾਇਆ, ਪੂਰਾ ਭਰ ਕੇ ਤੁਹਾਨੂੰ ਖਵਾਇਆ ਰਜਾ ਭੇਜਿਆ ਤੇ ਹੁਣ ਤੁਸੀਂ ਮੁੜ ਮੈਨੂੰ ਲੱਗਦਾ ਆਪਣੀ ਰੂਟੀਨ ਦੇ ਵਿੱਚ ਆ ਗਏ ਜੀ। ਹਾਂਜੀ। ਤੇ ਲਾਸਟ ਟਾਈਮ ਆਪਾਂ ਗੱਲਬਾਤ ਕੀਤੀ ਸੀ, ਇੱਕ ਤੁਸੀਂ ਕੰਪੀਟੀਸ਼ਨ ਜਿੱਤਿਆ ਸੀਗਾ ਮੈਨਸ ਫਿਜ਼ੀਕ ਓਵਰਆਲ ਚੈਂਪੀਅਨਸ਼ਿਪ। ਹਾਂਜੀ। ਉਸ ਤੋਂ ਬਾਅਦ ਇੱਕ ਤੁਸੀਂ ਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਦੇ ਵਿੱਚ ਵੀ ਗਏ ਸੀਗੇ ਜੀ। ਉਹ ਕੰਪੀਟੀਸ਼ਨ ਕਿਵੇਂ ਦਾ ਰਿਹਾ, ਕਿਹੜੀਆਂ ਚੀਜ਼ਾਂ ਉੱਥੋਂ ਲਰਨ ਕੀਤੀਆਂ ਤੁਸੀਂ? ਓਕੇ, ਸੋ ਪਹਿਲਾ ਕੰਪੀਟੀਸ਼ਨ ਜਿਹੜਾ ਅਲਬਰਟਾ ਦੇ ਵਿੱਚ ਹੋਇਆ ਸੀ, ਪ੍ਰੋਵਿੰਸ਼ਨਲ ਸੀਗਾ, ਉਹਦੇ ਵਿੱਚ ਲਾਈਕ 3-4 ਪ੍ਰੋਵਿੰਸ਼ਨ ਆਏ ਸੀਗੇ ਤੇ ਕੈਲਗਰੀ ਹੋਇਆ ਸੀ, ਉਹਦੇ ਵਿੱਚ ਓਵਰਆਲ ਚੈਂਪੀਅਨਸ਼ਿਪ ਬਣਨ ਤੋਂ ਬਾਅਦ ਮੈਨੂੰ ਉੱਥੋਂ ਕੁਆਲੀਫਿਕੇਸ਼ਨ ਮਿਲੀ ਨੈਸ਼ਨਲਸ ਦੇ ਵਿੱਚ ਜਾਣ ਦੀ, ਜੋ ਕਿ ਟੋਰਾਂਟੋ ਸੀਗਾ। ਸੋ ਕੀ ਹੋਇਆ ਕਿ ਜਦੋਂ ਆਪਾਂ ਟਾਰਗੇਟ ਰੱਖਿਆ ਸੀਗਾ ਆਪਣਾ ਪ੍ਰੋਵਿੰਸ਼ੀਅਲ ਦਾ, ਉਸ ਤੋਂ ਬਾਅਦ ਸਾਨੂੰ ਨੋਮੀਨੇਸ਼ਨ ਮਿਲ ਗਈ। ਸੋ ਆਪਣੇ ਮੈਂ ਕੋਚ ਨਾਲ ਡਿਸਕਸ ਕੀਤਾ ਕਿ ਕਿਉਂ ਨਾ ਆਪਾਂ ਜਾ ਕੇ ਆਈਏ ਇੱਕ ਵਾਰੀ, ਹੈ ਨਾ, ਸਾਨੂੰ ਪਤਾ ਲੱਗੂਗਾ ਪਾਰਟਿਸਿਪੇਟ ਐਜ਼ ਅ ਪਾਰਟਿਸਿਪੈਂਟ ਵੀ, ਹਾਂ ਆਪਾਂ ਕਿੱਥੇ ਕੁ ਫਾਲ ਕਰਦੇ ਹਾਂ ਨਾ। ਬਟ ਜਦੋਂ ਗਏ ਉੱਥੇ, ਇੱਕ ਤੇ ਸੀਗਾ ਵੀ ਟਰੈਵਲ ਕਰਕੇ ਜਾਣਾ, ਉੱਥੇ ਜਾ ਕੇ ਕਦੀ ਇੱਦਾਂ ਸਾਰੀਆਂ ਚੀਜ਼ਾਂ ਅਰੇਂਜ ਕਰਨੀਆਂ, ਡਾਈਟ ਨੂੰ ਅਰੇਂਜ ਕਰਨਾ, ਰਹਿਣ ਦਾ ਅਰੇਂਜ ਕਰਨਾ, ਰਜਿਸਟ੍ਰੇਸ਼ਨ ਵਗੈਰਾ, ਫਿਰ ਉੱਥੇ ਕਿੰਨਾ ਟਾਈਮ ਲੱਗਦਾ ਵੈਨਿਊ 'ਤੇ ਜਾਣ ਨੂੰ, ਉਹ ਸਾਰੀਆਂ ਚੀਜ਼ਾਂ ਉੱਥੇ ਮੈਨੇਜ ਕਰਨੀਆਂ ਬਹੁਤ ਇੰਪੋਰਟੈਂਟ ਆ ਜੀ। ਸੋ ਸਿੱਖਿਆ ਬਹੁਤ ਕੁਛ ਉੱਥੇ। ਮੇਰੀ ਪਲੇਸਿੰਗ ਵਾਈਜ਼ ਜੇ ਗੱਲ ਕਰੀਏ, ਮੈਂ ਟੌਪ 6 ਆਇਆ ਸੀਗਾ ਤੇ ਨੈਸ਼ਨਲ ਕੰਪੀਟੀਸ਼ਨ ਸੀਗਾ, ਬਹੁਤ ਜ਼ਿਆਦਾ ਉੱਥੇ ਐਥਲੀਟਸ ਆਏ ਸੀਗੇ, ਲਾਈਕ ਓਵਰਆਲ ਕੈਨੇਡਾ ਆਏ ਸੀਗੇ ਤੇ ਨੈਚੁਰਲ ਸ਼ੋਅ ਸੀਗਾ ਉੱਥੇ, ਸਿਰਫ ਨੈਚੁਰਲ ਕੰਪੀਟੀਟਰ ਸੀਗੇ। ਤੇ ਰਹੀ ਗੱਲ ਪਲੇਸਿੰਗ ਦੇ ਨਾਲ ਤੇ ਲਰਨਿੰਗ ਦੇ ਨਾਲ, ਮੈਨੂੰ ਇਹ ਲੱਗਿਆ ਕਿ ਆਪਾਂ ਨੂੰ ਜੋ ਮੇਰੀ ਬੋਡੀ ਦੀ ਕੰਡੀਸ਼ਨ ਸੀਗੀ ਜਦੋਂ ਮੈਂ ਇੱਥੇ ਪ੍ਰੋਵਿੰਸ਼ੀਅਲ ਜਿੱਤਿਆ ਸੀਗਾ ਜੀ, ਉੱਦਾਂ ਦੀ ਪ੍ਰੋਪਰ ਕੰਡੀਸ਼ਨ ਮੇਰੀ ਨਹੀਂ ਸੀ, ਕਿਉਂਕਿ ਮੈਂ ਜ਼ਿਆਦਾ ਡਾਈਟਿੰਗ, ਜ਼ਿਆਦਾ ਪਰਹੇਜ਼ ਕਰਕੇ ਆਪਣੀ ਬੋਡੀ ਨੂੰ ਬਹੁਤ ਜ਼ਿਆਦਾ ਸ਼ਰਿੰਕ ਕਰ ਲਿਆ ਸੀਗਾ ਜੀ, ਤੇ ਬੋਡੀ ਜ਼ਿਆਦਾ ਸਫਰਿੰਗ ਕਰਕੇ ਥੋੜ੍ਹੀ ਨਿਖਰ ਕੇ ਨਹੀਂ ਆਈ ਸਟੇਜ ਦੇ ਉੱਤੇ। ਤੇ ਦੂਜੀ ਗੱਲ ਇਹ ਸੀ ਕਿ ਥੋੜ੍ਹੀ ਸਟ੍ਰੈਸ ਹੋਣ ਕਰਕੇ, ਥੋੜ੍ਹੀ ਲਾਈਕ ਮੈਨੇਜਮੈਂਟ ਘੱਟ ਹੋਣ ਕਰਕੇ ਮੈਨੂੰ ਉੱਥੇ ਕਾਫੀ ਇਹ ਚੀਜ਼ਾਂ ਲਾਈਕ ਹਾਰਡ ਰਹੀਆਂ, ਕਿਉਂਕਿ ਮੇਰਾ ਲਾਈਕ ਸਟ੍ਰੈਸ 'ਚ ਮੈਨੂੰ ਇਹ ਸੀਗਾ ਬਸ ਵੀ ਆਹ ਚੀਜ਼ ਇੱਥੇ ਰਹੇ, ਆਹ ਚੀਜ਼ ਮੇਰੇ ਕੋਲ ਰਹੇ, ਕਿਉਂਕਿ ਮੈਂ ਇਕੱਲਾ ਹੀ ਸੀਗਾ ਉੱਥੇ ਕਰਨ ਵਾਲਾ ਤੇ ਕੋਈ ਨਾਲ ਨਹੀਂ ਸੀਗਾ ਮੇਰੇ, ਹੈ ਨਾ। ਤੇ ਇਸ ਕਰਕੇ ਉਹ ਚੀਜ਼ਾਂ ਥੋੜ੍ਹੀਆਂ ਸਿੱਖੀਆਂ ਕਿ ਹਾਂ ਹੁਣ ਮੈਨੇਜ ਕਿੱਦਾਂ ਕਰਨਾ ਆ। ਦੂਜੀ ਇਹ ਸਿੱਖੀ ਆ ਵੀ ਜੇ ਵੈਨਿਊ ਹੈਗਾ, ਵੈਨਿਊ ਦੇ ਕੋਲ ਰਹਿਣਾ, ਵੈਨਿਊ ਦੇ ਦੂਰ ਨਹੀਂ ਜ਼ਿਆਦਾ ਰਹਿਣਾ। ਬਿਲਕੁਲ। ਤੇ ਕਿਉਂਕਿ ਲਾਸਟ ਟਾਈਮ ਮੈਂ ਆਪਣੇ ਰਿਲੇਟਿਵਸ ਦੇ ਘਰ ਰਿਹਾ ਸੀਗਾ ਤੇ ਰਿਲੇਟਿਵਸ ਦੇ ਘਰ ਤੋਂ ਜਾਂਦੇ ਮੈਨੂੰ ਟਾਈਮ ਲੱਗ ਗਿਆ ਬਹੁਤ ਜ਼ਿਆਦਾ, ਤੇ ਉੱਤੋਂ ਟ੍ਰੈਫਿਕ, ਟੋਰਾਂਟੋ ਦੇ ਵਿੱਚ ਤੁਹਾਨੂੰ ਪਤਾ ਟ੍ਰੈਫਿਕ ਬਹੁਤ ਸੀ। ਫਿਰ ਇਹੀ ਸਟ੍ਰੈਸ ਸੀ ਕਿ ਪੁੱਜ ਜਾਈਏ ਟਾਈਮ ਤੇ, ਉੱਥੇ ਪੁੱਜ ਕੇ ਆਹ ਕਰ ਲਈਏ ਹੈ ਨਾ, ਫਿਰ ਬੰਦੇ ਨੂੰ ਉਸ ਹਿਸਾਬ ਨਾਲ ਪ੍ਰਿਪੇਅਰ ਹੋਣਾ ਪੈਂਦਾ, ਹੈ ਨਾ, ਟੈਨਸ਼ਨ ਹੋ ਜਾਂਦੀ ਜ਼ਿਆਦਾ। ਹਾਂਜੀ। ਤੇ ਇਹੀ ਆ ਕਿ ਜਿੱਥੇ ਵੈਨਿਊ ਹੁੰਦਾ ਆ, ਵੈਨਿਊ ਦੇ ਕੋਲ ਆਪਾਂ ਕਿਤੇ ਲੱਭੀਏ ਜਗ੍ਹਾ ਵੀ ਸਾਨੂੰ ਸਟ੍ਰੈਸ ਨਾ ਹੋਵੇ, ਬਸ ਇਹ ਆ ਵੀ ਜਾ ਕੇ ਆਪਾਂ ਕੰਪੀਟੀਸ਼ਨ ਆਪਣਾ ਵਧੀਆ ਪਰਫਾਰਮ ਕਰਕੇ ਆਈਏ। ਬਿਲਕੁਲ। ਤੇ ਬਾਕੀ ਰਹਿੰਦੀ ਖੁੰਦੀ ਖਸਰ ਆਪਣੀ ਓਬਵੀਅਸਲੀ ਜਿਹੜੀ ਬੋਡੀ 'ਚ ਹੈਗੀ ਆ, ਉਹ ਸਾਨੂੰ ਹੁਣ ਜਿਮ ਦੇ ਨਾਲ, ਆਪਣੀ ਨਿਊਟ੍ਰੀਸ਼ਨ ਦੇ ਨਾਲ, ਆਪਣਾ ਵਰਕਆਊਟ ਟ੍ਰੇਨਿੰਗ ਪ੍ਰੋਗਰਾਮ ਦੇ ਨਾਲ, ਸਾਡੀ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਚੱਲਦੀਆਂ ਫਿਰ ਸਾਡੀ ਪ੍ਰੋਗਰੈਸ ਹੁੰਦੀ ਹੈ। ਸੋ ਹੁਣ ਫਿਰ ਤਿਆਰੀਆਂ ਚੱਲ ਰਹੀਆਂ ਉਸ ਮੁਕਾਬਲੇ ਨੂੰ ਦੁਬਾਰਾ ਸਰ ਕਰਨ ਬਾਰੇ? ਬਿਲਕੁਲ ਜੀ, ਮੈਂ ਆਪਣੇ ਕੋਚ ਨਾਲ ਡਿਸਕਸ ਕੀਤਾ ਸੀਗਾ ਤੇ ਆਪਾਂ ਹੁਣ ਅਲਬਰਟਾ ਤੇ ਐਤਕੀ ਹੋਣਾ ਆ। ਸੋ ਆਪਣੇ ਸ਼ਹਿਰ ਐਡਮਿੰਟਨ 'ਚ ਹੀ ਹੋਣ ਲੱਗਾ ਆ, ਤੇ ਸਭ ਤੋਂ ਵਧੀਆ ਗੱਲ ਹੈ ਐਡਮਿੰਟਨ 'ਚ ਹੋਣ ਲੱਗਾ ਆ, ਬਿਕੋਜ਼ ਆਪਣਾ ਸ਼ਹਿਰ ਆ, ਆਪਣੀ ਕਮਿਊਨਿਟੀ ਜਾਣਦੀ ਹੈ ਸਾਨੂੰ, ਯਾਰ ਦੋਸਤ ਸਾਰੇ ਇੱਥੇ ਆ ਸਾਡੇ, ਤੇ ਉਹਨਾਂ ਦੇ ਨਾਲ ਅਸੀਂ ਚਲਾਂਗੇ ਵੀ ਉੱਥੇ ਐਡਮਿੰਟਨ 'ਚ ਸ਼ੇਰਵੁੱਡ ਪਾਰਕ ਹੋਣਾ ਆ ਸ਼ੋਅ ਸਾਡਾ। ਅੱਛਾ ਜੀ। ਤੇ ਉੱਥੇ ਪਰਫਾਰਮ ਕਰਾਂਗੇ। ਸੋ ਆਡੀਅנס ਦੇ ਵਿੱਚ ਜਦੋਂ ਆਪਣੇ ਬੰਦੇ ਹੋਣਗੇ ਜ਼ਿਆਦਾ ਵਧੀਆ ਖੁਸ਼ੀ ਹੋਊਗੀ। ਬਿਲਕੁਲ, ਬੂਸਟ ਬਹੁਤ ਮਿਲਦਾ ਵਾ। ਬਿਲਕੁਲ ਜੀ, ਬਿਲਕੁਲ। ਤੇ ਇਹ ਜਿਹੜਾ ਜੁਲਾਈ ਦੀ ਆਪਾਂ ਗੱਲ ਕਰ ਰਹੇ ਸੀ, ਉਹੀ ਇਵੈਂਟ ਦੀ ਗੱਲ ਕਰ ਰਹੇ ਹੋ ਤੁਸੀਂ? ਹਾਂਜੀ, ਜੁਲਾਈ 26 ਤਰੀਕ ਨੂੰ ਆ। ਅੱਛਾ ਜੀ। ਤੇ ਸ਼ੇਰਵੁੱਡ ਪਾਰਕ ਆ, ਤੇ ਇਹ ਵੀ ਇਦਾਂ ਹੀ ਆ, ਕੁਆਲੀਫਿਕੇਸ਼ਨ ਅੱਗੇ ਮਿਲਣੀ ਐਤਕੀ। ਸੋ ਸਾਡਾ ਟਾਰਗੇਟ ਹੈਗਾ ਆ ਅੱਗੇ ਦਾ, ਬਟ ਇਹਦੇ ਥਰੂ ਸਾਨੂੰ ਜਾਣਾ ਪੈਣਾ ਹੈ। ਡੈਫੀਨਿਟਲੀ ਤੁਸੀਂ ਸਿਸਟਮ ਦੇ ਥਰੂ ਹੋ ਕੇ ਜਾਓਗੇ। ਹਾਂਜੀ, ਬਿਲਕੁਲ ਜੀ। ਜੁਲਾਈ ਦੇ ਮਹੀਨੇ ਵਿੱਚ ਅਲਬਰਟਾ ਨੈਚੁਰਲਸ ਕੰਪੀਟੀਸ਼ਨ ਜਿਹੜਾ ਵਾ ਉਹ ਹੋਣਾ ਵਾ। ਜਦੋਂ ਆਪਾਂ ਨੈਚੁਰਲ ਦੀ ਗੱਲ ਕਰਦੇ ਸੀ, ਪਿਛਲੀ ਵਾਰੀ ਵੀ ਗੱਲ ਹੋਈ ਸੀ ਕਿ ਆਪਾਂ ਗੱਲ ਕਰਦੇ ਭਾਈ ਕੋਈ ਸਿੰਥੈਟਿਕ ਤੁਸੀਂ ਡਰੱਗਸ ਨਹੀਂ ਲੈਂਦੇ, ਕੋਈ ਸਟੀਰੋਇਡ ਨਹੀਂ ਲੈਂਦੇ। ਪਰ ਮੇਰੀ ਨਾ 2-4 ਦੋਸਤਾਂ ਮਿੱਤਰਾਂ ਨਾਲ ਗੱਲ ਹੋਈ ਤੁਹਾਡੇ ਬਾਬਤ ਹੀ ਖਾਸ ਕਰਕੇ ਵੀ ਮੁੰਡੇ ਨੇ ਬੋਡੀ ਵਧੀਆ ਬਣੀ ਹੈ, ਪਰ ਇਹ ਕੋਈ ਵੀ ਇਦਾਂ ਦਾ ਕੋਈ ਸਿੰਥੈਟਿਕ ਡਰੱਗ ਵਗੈਰਾ ਨਹੀਂ ਲੈਂਦਾ ਜੀ। ਉਹ ਕਹਿੰਦੇ ਨਹੀਂ ਭਾਈ, ਪੋਸੀਬਲ ਹੀ ਨਹੀਂ ਹੈਗਾ। ਅੱਛਾ, ਉਦਾਂ ਸਰੀਰ ਬਣ ਹੀ ਨਹੀਂ ਸਕਦਾ। ਸੋ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਇਹ ਗੱਲ ਇਹੋ ਜਿਹੀ ਹੈ ਕਿ ਜੋ ਮੈਨੂੰ ਆਲਰੇਡੀ ਬਹੁਤ ਵਾਰ ਸੁਣਨ ਨੂੰ ਮਿਲੀ ਹੈ। ਸੋ ਇਹਦੇ ਵਿੱਚ ਕੁਝ ਨਵਾਂ ਨਹੀਂ ਹੈਗਾ ਮੇਰੇ ਲਈ ਕਿ ਮੈਨੂੰ ਕਹਿਣ ਵਾਲਾ ਨਾ ਹੋਵੇ ਕੋਈ, ਹਾਂ ਕਿ ਤੂੰ ਸਟੀਰੋਇਡਸ ਨਹੀਂ ਕੀਤੇ, ਤੂੰ ਇੰਨੀ ਜ਼ਿਆਦਾ ਕੰਡੀਸ਼ਨਿੰਗ ਨਹੀਂ ਲੈ ਕੇ ਆ ਸਕਦਾ। ਬਟ ਉਹੀ ਨਾ ਕਹਿੰਦਾ ਰਾਹ ਪਈ ਹੈ ਜਾਣੀ ਹੈ ਤੇ ਵਾਹ ਪਿਆ ਜਾਣੀ ਹੈ ਨਾ, ਉਹ ਹਿਸਾਬ ਆ ਵੀ ਜਦੋਂ ਤੁਸੀਂ ਕਰੋਗੇ ਉਨੀ ਦੇਰ ਤੁਹਾਨੂੰ ਪਤਾ ਨਹੀਂ ਲੱਗਣਾ, ਕਿਉਂਕਿ ਇਹ ਚੀਜ਼ ਇੱਦਾਂ ਦੀ ਹੈ ਜਿੱਦਾਂ ਤੁਸੀਂ ਆਪਣੇ ਕੰਪੀਟੀਸ਼ਨ ਦੇ ਕੋਲ ਜਾਂਦੇ ਆ, ਰਾਈਟ। ਤੁਹਾਡੀ ਸਫਰਿੰਗ, ਤੁਹਾਡੀ ਨਿਊਟ੍ਰੀਸ਼ਨ ਟਾਈਮਿੰਗ,
ਤੁਹਾਡਾ ਟ੍ਰੇਨਿੰਗ ਪ੍ਰੋਗਰਾਮ ਕਿੱਦਾਂ ਦਾ ਆ, ਤੁਹਾਡਾ ਸਲੀਪ ਪੈਟਰਨ ਕਿੱਦਾਂ ਦਾ ਆ, ਤੁਹਾਡੀ ਸਾਰੀਆਂ ਚੀਜ਼ਾਂ ਇੱਕ ਡਿਟੇਲ 'ਚ ਜਾਂਦੀਆਂ। ਜਦੋਂ ਇਹ ਤੁਸੀਂ ਚੀਜ਼ਾਂ ਤੁਹਾਨੂੰ ਪਤਾ ਆ ਬਟ ਤੁਸੀਂ ਇਹ ਚੀਜ਼ਾਂ ਕੰਸਿਸਟੈਂਟਲੀ ਕਰਦੇ ਹੋ ਤੇ ਡਿਸਪਲਿਨ 'ਚ ਕਰਦੇ ਹੋ ਤੇ ਤੁਹਾਡੀ ਬੋਡੀ ਅਡੈਪਟ ਕਰੇਗੀ ਹੀ ਕਰੇਗੀ। ਕੋਈ ਇਹੋ ਜਿਹੀ ਪੁਆਇੰਟ ਨਹੀਂ ਹੈਗਾ ਜਿੱਥੇ ਤੁਸੀਂ ਕਹੋਗੇ ਵੀ ਮੈਨੂੰ ਫਰਕ ਨਹੀਂ ਪੈਂਦਾ। ਠੀਕ ਹੈ, ਆਪਣੀ ਸਭ ਤੋਂ ਵੱਡੀ ਗਲਤੀ ਕੋਈ ਵੀ ਆ, ਜੇ ਕਿਸੇ ਦਾ ਗੋਲ ਹੈਗਾ ਈਵਨ ਕਿ ਫੈਟ ਲਾਸ ਆ, ਈਵਨ ਕਿ ਮਸਲ ਬਿਲਡਿੰਗ ਆ, ਈਵਨ ਕਿ ਬੋਡੀ ਨੂੰ ਮੈਂ ਸ਼ੇਪ 'ਚ ਲਿਆਉਣਾ ਆ, ਜਾਂ ਕੋਈ ਵੀ ਫਿਟਨੈਸ ਗੋਲ ਆ, ਅਸੀਂ 10 ਦਿਨ ਦਾ ਟਾਰਗੇਟ ਦੇ ਕੇ ਬੋਡੀ ਤੋਂ ਇਹ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਇਦਾਂ ਲੱਗੇ ਵੀ ਜਿੱਦਾਂ ਮੈਂ 2-3 ਸਾਲਾਂ ਤੋਂ ਮਿਹਨਤ ਕਰਦਾ ਪਿਆ। ਬਿਲਕੁਲ ਠੀਕ ਹੈ, ਸੋ ਟਾਈਮ ਕੰਸਿਸਟੈਂਟ ਰਹਿ ਕੇ ਤੇ ਸਾਨੂੰ ਡੈਡੀਕੇਟਡ ਵੀ ਰਹਿਣਾ ਪੈਂਦਾ ਆ, ਫਿਰ ਹੀ ਸਾਨੂੰ ਰਿਜ਼ਲਟ ਮਿਲਦੇ ਆ। ਹੁਣ ਨੈਚੁਰਲੀ ਜਦੋਂ ਗੱਲ ਕਰਦੇ ਹਾਂ, ਨੈਚੁਰਲੀ ਸਾਡੀ ਬੋਡੀ ਦਾ ਜ਼ੋਰ, ਸਾਡੀ ਬੋਡੀ ਸਫਰ ਜ਼ਿਆਦਾ ਕਰਦੀ ਆ, ਨੋ ਡਾਊਟ, ਐਜ਼ ਕੰਪੇਅਰ ਟੂ ਉਹ ਇੰਡੀਵਿਜੂਅਲ ਜੋ ਸਟੀਰੋਇਡ ਕਰਦਾ। ਕਿਉਂਕਿ ਸਟੀਰੋਇਡ ਸਾਨੂੰ ਇੱਕ ਲੈਟਸ ਸੇ ਸਿੰਥੈਟਿਕ ਆ, ਉਹਨੇ ਹੁਣ ਇੱਕ ਐਕਸਟਰਾ ਕੰਮ ਕਰਨਾ। ਐਕਸਟਰਾ ਕੰਮ ਕੀ ਕਰਨਾ? ਰਿਕਵਰੀ ਦਾ ਐਕਸਟਰਾ ਕੰਮ ਕਰਨਾ। ਜਿੱਥੇ ਸਾਡਾ 100% ਜ਼ੋਰ ਲੱਗਣਾ, ਸਾਡਾ 50% ਜ਼ੋਰ ਲੱਗਣਾ ਜਾਂ 60% ਜ਼ੋਰ ਲੱਗੂਗਾ। ਬਾਕੀ ਸਟੀਰੋਇਡ ਪੁਸ਼ ਦਿੰਦਾ ਸਾਨੂੰ ਪਰਫਾਰਮੈਂਸ ਇਨਹਾਂਸ ਕਰਨ ਦਾ, ਉਸੇ ਵੇਲੇ ਪਰਫਾਰਮੈਂਸ ਇਨਹਾਂਸ ਕਰਨ ਨੂੰ, ਤੁਹਾਡੀ ਸਟਰੈਂਥ ਵਧੂਗੀ, ਬਟ ਕੰਡੀਸ਼ਨਿੰਗ ਦੇ ਵਿੱਚ ਹੈਲਪ ਕਰੂਗੀ, ਇਹੋ ਜਿਹੀਆਂ ਚੀਜ਼ਾਂ। ਬਟ ਜਦੋਂ ਨੈਚੁਰਲੀ ਹੈ, ਤੁਸੀਂ ਸਾਰਾ ਕੁਝ ਆਪਣਾ ਫੂਡ ਤੋਂ ਕਰਨਾ, ਆਪਣੇ ਸਪਲੀਮੈਂਟਸ ਤੋਂ ਕਰਨਾ। ਠੀਕ ਹੈ, ਸੋ ਉਹਦੇ ਥਰੂ ਹੁੰਦੇ ਹੋਏ ਸਾਨੂੰ ਡਿਸਪਲਿਨ 'ਚ ਰਹਿਣਾ ਤੇ ਆਪਣੀ ਪ੍ਰੋਪਰ ਕਾਰਡੀਓ, ਪ੍ਰੋਪਰ ਟ੍ਰੇਨਿੰਗ, ਇਹ ਸਾਰੀਆਂ ਚੀਜ਼ਾਂ ਬਾਈ ਟਾਈਮ ਕਰਨੀਆਂ ਹੀ ਪੈਂਦੀਆਂ, ਫਿਰ ਹੀ ਜਾ ਕੇ ਤੁਹਾਨੂੰ ਐਂਡ ਰਿਜ਼ਲਟ ਮਿਲਦਾ। ਤੇ ਜਦੋਂ ਆਪਾਂ ਇਹ ਨੈਚੁਰਲ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤੇ ਜਦੋਂ ਇਹ ਕੰਪੀਟੀਸ਼ਨ ਹੁੰਦਾ, ਬਕਾਇਦਾ ਫਿਰ ਉੱਥੇ ਟੈਸਟ ਹੁੰਦਾ ਵਾ ਤੁਹਾਡਾ ਵੀ ਵਾਕਈ ਇਹ ਬੰਦੇ ਨੇ ਕਦੇ ਇਦਾਂ ਦਾ ਕੋਈ ਡਰੱਗਸ ਵਗੈਰਾ ਨਾ ਲਈ ਹੋਵੇ? ਬਿਲਕੁਲ ਜੀ, ਉੱਥੇ ਜਿਹੜਾ ਓਵਰਆਲ ਵਿਨਰ ਬਣਦਾ ਆ, ਰਾਈਟ ਅਵੇ ਸਟੇਜ ਤੋਂ ਉਤਰਦੇ ਉਹਦਾ ਡੋਪ ਟੈਸਟ ਹੁੰਦਾ ਆ। ਅੱਛਾ ਜੀ। ਹਾਂਜੀ, ਉਹ ਯੂਰੀਨ ਟੈਸਟ ਕਰਦੇ ਆ। ਯੂਰੀਨ ਟੈਸਟ ਕਰਦੇ ਆ ਤੇ ਫਿਰ ਉਹਦੇ ਥਰੂ ਚੈੱਕ ਕਰਦੇ ਵੀ ਹਾਂ ਇਹਦੇ ਯੂਰੀਨ 'ਚ ਕੋਈ ਸਾਲਟ ਤਾਂ ਨਹੀਂ ਹੈਗਾ ਜਾਂ ਇਹੋ ਜਿਹੀ ਕੋਈ ਕੈਮੀਕਲ ਤਾਂ ਨਹੀਂ ਉਹਨਾਂ ਨੂੰ ਮਿਲਿਆ ਜਿਹਦੇ ਨਾਲ ਵੀ ਪਤਾ ਲੱਗ ਜੇ ਮਿਲ ਗਿਆ ਕੋਈ, ਉਹਨਾਂ ਨੇ ਰਾਈਟ ਅਵੇ ਉੱਤੋਂ ਉਹ ਟਾਈਟਲ ਡਿਸਕੁਆਲੀਫਾਈ ਕਰ ਦੇਣਾ। ਤੇ ਜਿਹੜਾ ਕੰਪੀਟੀਸ਼ਨ ਅਲਬਰਟਾ ਦਾ ਹੁਣ ਐਡਮਿੰਟਨ ਸ਼ਹਿਰ ਦੇ ਵਿੱਚ ਹੋਣਾ ਵਾ ਜੁਲਾਈ ਦੇ ਮਹੀਨੇ ਦੇ ਵਿੱਚ, ਉਹਦੇ ਲਈ ਤਿਆਰੀਆਂ ਕਿਵੇਂ ਦੀਆਂ ਚੱਲ ਰਹੀਆਂ ਨੇ? ਔਰ ਕੀ ਆਪਣੇ ਤੋਂ ਇਲਾਵਾ ਹੋਰ ਵੀ ਕੋਈ ਟੀਮ ਮੈਂਬਰ, ਤੁਹਾਡੇ ਕਲਾਇੰਟ ਵੀ ਪਾਰਟਿਸਿਪੇਟ ਕਰ ਰਹੇ ਨੇ ਇਸ ਇਵੈਂਟ 'ਚ? ਜੀ ਤਿਆਰੀਆਂ ਬਹੁਤ ਵਧੀਆ ਚੱਲ ਰਹੀ ਆ। ਉਹਦੇ ਨਾਲ ਇੱਕ ਤਾਂ ਇਹ ਹੈ ਐਤਕੀ ਹੁਣ ਥੋੜ੍ਹਾ ਜਿਹਾ ਆਫ ਟ੍ਰੇਨਿੰਗ ਨੂੰ ਲੈ ਕੇ, ਨਿਊਟ੍ਰੀਸ਼ਨ ਨੂੰ ਲੈ ਕੇ ਬਹੁਤ ਕੁਝ ਚੇਂਜਸ ਕੀਤਾ, ਕਿਉਂਕਿ ਐਤਕੀ ਸਿਰਫ ਫੋਕਸ ਉਹੀ ਆ ਵੀ ਜੋ ਵੀਕ ਪਾਰਟਸ ਆ ਉਹਨਾਂ 'ਤੇ ਕੰਮ ਕੀਤਾ ਜਾਏ। ਇੱਕ ਕਾਈਂਡ ਆਫ ਆਪਣਾ ਹੀ ਆ, ਬੰਦਾ ਹਰ ਟਾਈਮ ਐਕਸਪੈਰੀਮੈਂਟ ਕਰਦਾ ਆਪਣੇ ਆਪ 'ਤੇ ਦੇਖਣ ਨੂੰ ਕਿ ਹਾਂ ਐਤਕੀ ਕੀ ਡਿਫਰੈਂਸ ਆਉਂਦਾ ਹੈ ਨਾ। ਸੋ ਉਹ ਡਿਫਰੈਂਸ ਨੂੰ ਲਿਆਉਣ ਦੇ ਲਈ ਅਸੀਂ ਡਿਫਰੈਂਟ ਨਿਊਟ੍ਰੀਸ਼ਨ ਆ, ਡਿਫਰੈਂਟ ਟ੍ਰੇਨਿੰਗ ਆ ਟਾਈਪ, ਇਹ ਸਾਰੀਆਂ ਚੀਜ਼ਾਂ ਉੱਦਾਂ ਆਪਾਂ ਸ਼ਫਲ ਕਰਕੇ ਦੇਖਣਾ, ਫਿਰ ਦੇਖਦਾ ਕੀ ਰਿਜ਼ਲਟ ਆਉਂਦੇ ਆ। ਤੋ ਮੇਰੇ ਤੋਂ ਇਲਾਵਾ ਹਾਂਜੀ ਮੇਰੇ ਕਲਾਇੰਟਸ, 2 ਕਲਾਇੰਟ ਮੇਰੇ ਹੈਗੇ ਆ ਜੋ ਪਾਰਟਿਸਿਪੇਟ ਕਰਨ ਲੱਗੇ ਆ। ਉਹਨਾਂ ਦੀ ਵੀ ਤਿਆਰੀ ਬਹੁਤ ਵਧੀਆ ਚੱਲਣ ਦੀ ਆ, ਲਾਈਕ ਬਹੁਤ ਜ਼ਿਆਦਾ ਇੰਪਰੂਵ ਕੀਤਾ ਉਹਨਾਂ ਨੇ। ਕੀ ਬਾਤ ਹੈ। ਤੇ ਦੋਵੇਂ ਸਟੂਡੈਂਟ ਆਏ ਸੀਗੇ, ਇੱਕ ਤੇ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਆਏ ਨੂੰ ਤੇ ਉਹ ਫੈਮਿਲੀ ਵਾਲੇ ਆ, ਬਟ ਉਹਨਾਂ ਦਾ ਵੀ ਇਹੀ ਸੀਗਾ ਵੀ ਸ਼ੌਂਕ ਮੈਂ ਸਟੇਜ 'ਤੇ ਇੱਕ ਵਾਰੀ ਜਾਣਾ ਤੇ ਕੰਪੀਟ ਕਰਨਾ। ਸੋ ਮੇਰਾ ਉਹਨਾਂ ਨੂੰ ਇਹ ਆ ਵੀ ਮੇਰਾ ਇਹ ਨਹੀਂ ਧਿਆਨ ਰਹਿੰਦਾ ਕਿ ਓਕੇ ਤੁਸੀਂ ਕੰਪੀਟ ਕਰੋ, ਮੇਰਾ ਇਹ ਹੈ ਕਿ ਬਾਕੀ ਚੀਜ਼ਾਂ ਨਾਲ ਲੈ ਕੇ ਚਲੋ, ਕੰਪੀਟ ਨੂੰ ਐਜ਼ ਅ ਫਨ ਰੱਖੋ। ਠੀਕ ਹੈ, ਵੀ ਤੁਸੀਂ ਕੰਪੀਟੀਸ਼ਨ ਕਰਨਾ, ਬਿਕੋਜ਼ ਇਹ ਤੇ ਹਜੇ ਇਦਾਂ ਆ ਵੀ ਇੱਕ ਇਹਦੀ ਲਾਈਨ ਮੁੱਕਣੀ ਨਹੀਂ, ਇਦਾਂ ਦੀ ਹੈ, ਕੋਈ ਅੰਤ ਨਹੀਂ ਹੁੰਦਾ ਨਾ ਚੀਜ਼ਾਂ ਦਾ। ਤੇ ਪੈਸ਼ਨ ਲਈ ਆ, ਹਾਂਜੀ ਠੀਕ ਆ ਸਾਰੇ, ਹਾਂਜੀ ਆਪਣਾ PR ਲੈ ਲਈ ਉਹਨਾਂ ਨੇ, ਜੌਬ ਵਧੀਆ ਉਹਨਾਂ ਦਾ, ਠੀਕ ਆ ਵਧੀਆ। ਮੈਂ ਕਿਹਾ ਇੱਕ ਗੋਲ ਹੋਣਾ ਚਾਹੀਦਾ। ਸੋ ਬਹੁਤ ਵਧੀਆ ਕਰਦੇ ਆ, ਬਹੁਤ ਵਧੀਆ ਇੰਪਰੂਵਮੈਂਟਸ ਆ ਉਹਨਾਂ ਦੀਆਂ ਅੱਗੇ ਨਾਲੋਂ, ਸਟਰੈਂਥ ਬਹੁਤ ਵਧੀਆ ਆ, ਉਹ ਗੁੱਡ ਫੀਲ ਕਰਦੇ ਆ, ਓਵਰਆਲ ਹੈਲਥ ਗੁੱਡ ਆ, ਬਾਕੀ ਚੜ੍ਹਦੀ ਕਲਾ। ਆਪਾਂ ਜਿਵੇਂ ਜ਼ਿਕਰ ਕੀਤਾ ਵੀ ਤੁਸੀਂ ਪਰਸਨਲ ਟ੍ਰੇਨਰ ਵੀ ਜੇ, ਹਾਂਜੀ ਕੋਚ ਜੇ, ਨਾਲ ਦੇ ਨਾਲ ਨਿਊਟ੍ਰੀਸ਼ਨਿਸਟ ਵੀ ਜੇ। ਹਾਂਜੀ। ਸੋ ਜਦੋਂ ਆਪਾਂ ਨਿਊਟ੍ਰੀਸ਼ਨ ਦੀ ਗੱਲ ਕਰਦੇ ਹਾਂ, ਇਹਦੇ ਲਈ ਡੈਫੀਨੇਟਲੀ ਕੋਈ ਸਟੱਡੀਜ਼ ਵੀ ਹੋਣਗੀਆਂ, ਤੇ ਤੁਸੀਂ ਇਹਦੇ ਲਈ ਕੀ ਐਜੂਕੇਸ਼ਨ ਜਿਹੜੀ ਆ ਹਾਸਲ ਕੀਤੀ ਹੈ ਤਾਂ ਕਿ ਤੁਸੀਂ ਪ੍ਰੋਪਰ ਜਿਹੜਾ ਵਾ ਆਪਣੇ ਕਲਾਇੰਟਸ ਨੂੰ ਗਾਈਡ ਕਰ ਪਾਓ? ਨਿਊਟ੍ਰੀਸ਼ਨ ਟ੍ਰੇਨਿੰਗ ਤੇ ਜਿਹੜੀ ਪਰਸਨਲ ਟ੍ਰੇਨਿੰਗ ਹੈਗੀ ਆ, ਆਨਲਾਈਨ ਕੋਚਿੰਗ ਆ, ਇਹ ਇੱਕ ਦੂਜੇ ਦੇ ਆਲੇ ਦੁਆਲੇ ਰਿਵੋਲਵ ਕਰਦੀਆਂ। ਬਿਲਕੁਲ। ਠੀਕ ਹੈ, ਹੁਣ ਜੇ ਮੈਂ ਪਰਸਨਲ ਟ੍ਰੇਨਿੰਗ ਨੂੰ ਲੈ ਕੇ ਹੀ ਕਹਾਂ ਕਿ ਮੈਂ ਪਰਸਨਲ ਟ੍ਰੇਨਿੰਗ ਦਿੰਦਾ, ਹੁਣ ਮੇਰੇ ਕੋਲ ਕੋਈ ਆ ਕੇ ਟਾਈਮ ਇਨਵੈਸਟ ਕਰਦਾ, ਆਪਣਾ ਪੈਸੇ ਇਨਵੈਸਟ ਕਰਦਾ ਤੇ ਮੈਂ ਟਾਈਮ ਇਨਵੈਸਟ ਕਰਦਾ। ਹੁਣ ਟ੍ਰੇਨਿੰਗ ਦੇ ਨਾਲ ਜੇ ਆਪਾਂ ਟ੍ਰੇਨਿੰਗ 'ਚ 100% ਦਈਏ ਬਟ ਸਾਡਾ ਨਿਊਟ੍ਰੀਸ਼ਨ ਵੱਲ ਧਿਆਨ ਨਹੀਂ ਹੈਗਾ ਤਾਂ ਤੁਹਾਨੂੰ ਰਿਜ਼ਲਟ ਨਹੀਂ ਮਿਲਣੇ। ਬਿਲਕੁਲ। ਠੀਕ ਹੈ, ਫਿਰ ਚਾਹੇ ਤੁਸੀਂ ਵਰਲਡ ਕਲਾਸ ਟ੍ਰੇਨਿੰਗ ਕਰ ਲਓ। ਠੀਕ ਹੈ, ਕਿਉਂਕਿ ਸਾਡਾ ਅਲਟੀਮੇਟ ਗੋਲ ਟ੍ਰੇਨਿੰਗ ਦੇ ਵਿੱਚ ਇਹ ਹੁੰਦਾ ਕਿ ਅਸੀਂ ਮਸਲ ਨੂੰ ਸਟੀਮੂਲੇਟ ਕਰੀਏ। ਠੀਕ ਹੈ, ਮਸਲ ਤੋਂ ਕੰਮ ਲੈਣਾ ਆ। ਜਦੋਂ ਮਸਲ ਬ੍ਰੇਕਡਾਊਨ ਹੋਊਗਾ ਫਿਰ ਅਸੀਂ ਰੈਸਟ ਪੀਰੀਅਡ 'ਚ ਜਾਣਾ ਤੇ ਰਿਕਵਰੀ ਦੇ ਤੌਰ ਤੇ ਅਸੀਂ ਨਾਲ ਆਪਣਾ ਮੀਲਸ, ਆਪਣੀ ਸਲੀਪ, ਇਹ ਚੀਜ਼ਾਂ। ਸਾਰਿਆਂ ਨੂੰ ਇਹ ਲੱਗਦਾ ਕਿ ਜਦੋਂ ਜਿਮ 'ਚ ਆਪਾਂ ਜਿੰਨਾ ਜ਼ੋਰ ਲਾਈਏ ਉੱਥੇ ਸਾਡੇ ਮਸਲ ਬਣਨੇ, ਇਹ ਗਲਤ ਆ। ਅੱਛਾ ਜੀ।
ਜਿਮ 'ਚ ਅਸੀਂ ਆਪਣੀ ਬੋਡੀ ਨੂੰ ਬ੍ਰੇਕ ਡਾਊਨ ਕਰਦੇ ਹਾਂ, ਅਸੀਂ ਮਸਲਸ ਨੂੰ ਬ੍ਰੇਕ ਡਾਊਨ ਕਰਦੇ ਹਾਂ। ਹੂੰ। ਉਸ ਤੋਂ ਬਾਅਦ ਤੁਸੀਂ ਕੀ ਕਰਦੇ ਆ ਉਹ ਮੈਟਰ ਕਰਦਾ ਜ਼ਿਆਦਾ। ਅੱਛਾ ਜੀ। ਹਾਂਜੀ ਬਿਲਕੁਲ ਜੀ, ਮੈਨੂੰ ਲੱਗਦਾ ਵੀ ਮੇਰੇ ਵਰਗੇ ਜਿੰਨੇ ਵੀ ਆ ਹਾਂਜੀ। ਜਿਨ੍ਹਾਂ ਨੂੰ ਮਤਲਬ ਨੌਲੇਜ ਘੱਟ ਆ ਪਰ ਜਿਮ ਜਾਣ ਦਾ ਸ਼ੌਂਕ ਰੱਖਦੇ ਨੇ, ਜੀ। ਜਾ ਕੇ ਠਾ ਕਰਕੇ ਜੀ। ਉਹਨੂੰ ਲੱਗਦਾ ਵੀ ਹੁਣ ਤੇ ਬਾਈ ਗੱਲ ਬਣ ਜਾਣੀ ਹੈ। ਨਹੀਂ, ਗੱਲ ਉਹੀ ਆ ਵੀ ਜਦੋਂ ਜੇ ਕਿਸੇ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਨਾ। ਮੈਨੂੰ ਇੱਕ ਪੁਆਇੰਟ ਤੇ ਨਹੀਂ ਪਤਾ ਸੀ ਇਹ ਚੀਜ਼ ਦਾ ਕਿ ਅਸੀਂ ਜਿਮ ਤੋਂ ਬਾਅਦ ਵੀ ਕੁਝ ਲਾਈਕ ਅਸਲੀ ਹੋਮਵਰਕ ਜਿਮ ਤੋਂ ਬਾਅਦ ਆ। ਠੀਕ ਹੈ, ਜਿਮ ਤੋਂ ਹੁਣ ਮੈਂ ਆ, ਤੁਸੀਂ ਦੇਖ ਕੇ ਕਿਸੇ ਨੂੰ YouTube ਤੇ ਦੇਖ ਕੇ ਲਾ ਲਓ ਵੀਡੀਓ, ਕਿਸੇ ਨੇ ਲਾ ਲਈ ਜਾਂ ਮੈਂ ਤੁਹਾਨੂੰ ਦੱਸਤਾ ਤੁਸੀਂ ਜਾ ਕੇ ਲਾ ਲਈ ਹੈ ਨਾ। ਉਸ ਤੋਂ ਬਾਅਦ 'ਚ ਕੀ ਹੈ ਨਾ, ਤੁਹਾਡੀ ਨੀਂਦ ਪ੍ਰੋਪਰ ਹੈਗੀ ਕਿ ਨਹੀਂ ਹੈਗੀ, ਸਲੀਪ ਪ੍ਰੋਪਰ ਹੈਗੀ ਆ, ਤੁਹਾਡੀ ਨਿਊਟ੍ਰੀਸ਼ਨ ਫਿਕਸਡ ਹੈਗੀ ਕਿ ਨਹੀਂ ਹੈਗੀ। ਠੀਕ ਹੈ, ਤੁਸੀਂ ਪ੍ਰਪੋਰਸ਼ਨ 'ਚ ਖਾਣੇ ਪਏ ਕਿ ਨਹੀਂ ਖਾਣੇ, ਬਾਕੀ ਡਿਪੈਂਡ ਕਰਦਾ ਤੁਹਾਡੇ ਗੋਲਸ ਤੇ। ਸੋ ਉਹ ਇੱਕ ਸਾਰੀਆਂ ਚੀਜ਼ਾਂ ਜਿੱਦਾਂ ਆਪਾਂ ਕਹਿ ਲਓ ਨਾ, ਇੱਕ ਸਾਨੂੰ ਟ੍ਰੇਨਿੰਗ ਹੋ ਗਈ ਪ੍ਰੋਪਰ, 100% ਹੀ ਟ੍ਰੇਨਿੰਗ ਚਾਹੀਦੀ ਹੈ, 100% ਹੀ ਨਿਊਟ੍ਰੀਸ਼ਨ ਚਾਹੀਦੀ ਹੈ। ਬਿਲਕੁਲ। ਤੇ ਬਾਕੀ ਜਦੋਂ ਆਪਾਂ ਇਨ ਡਿਟੇਲ ਜਾਈਦਾ, ਸਾਡੀ ਸਲੀਪ ਹੋ ਗਈ, ਸਾਡੇ ਸਪਲੀਮੈਂਟੇਸ਼ਨ ਹੋ ਗਏ, ਇਹ ਚੀਜ਼ਾਂ ਜੋ ਸਾਨੂੰ ਚਾਹੀਦੀਆਂ ਆ ਉਸ ਹਿਸਾਬ ਦੇ ਨਾਲ ਅਸੀਂ ਉਹਨੂੰ ਪ੍ਰੋਪਰ ਔਨ ਪੁਆਇੰਟ ਰੱਖਣਾ ਆ ਜੇ ਅਸੀਂ ਵਧੀਆ ਰਿਜ਼ਲਟਸ ਲੈਣੇ ਆ। ਤਾਂ ਹੀ ਕਹਿੰਦੇ ਜੀ ਕਿ ਅੱਧਾ ਅਧੂਰਾ ਗਿਆਨ ਜਿਹੜਾ ਨਾ ਇਹ ਖਤਰਨਾਕ ਵੀ ਹੋ ਸਕਦਾ। ਬਿਲਕੁਲ ਬਿਲਕੁਲ ਸਹੀ। ਕਿਉਂਕਿ ਕਈ ਵਾਰੀ ਅਸੀਂ ਜਿਮ ਲਾੜਦੇ ਆ, ਈਵਨ ਸਾਨੂੰ ਉੱਥੇ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਜਾਂ ਆਪਾਂ ਕੁਝ ਵੀ ਵੇਟ ਲਿਫਟਿੰਗ ਵਗੈਰਾ ਵੀ ਕਰਦੇ ਆ ਉੱਥੇ, ਅਗਰ ਤੁਹਾਨੂੰ ਪ੍ਰੋਪਰ ਟੈਕਨੀਕ ਨਹੀਂ ਪਤਾ ਤੇ ਫਾਇਦਾ ਹੋਣ ਦੇ ਬਜਾਏ ਨੁਕਸਾਨ ਹੋਣ ਦੇ ਚਾਂਸਸ ਜਿਹੜੇ ਕਈ ਵਾਰੀ ਵੱਧ ਹੁੰਦੇ ਨੇ। ਬਿਲਕੁਲ ਇਹੀ ਚੀਜ਼ ਆ। ਜਦੋਂ ਇੱਕ ਤੇ ਹੁਣ ਮੈਂ ਆਪਣੀ ਜੇ ਗੱਲ ਕਰਾਂ ਨਿਊਟ੍ਰੀਸ਼ਨ ਦੀ ਹੋ ਗਈ ਜਾਂ ਟ੍ਰੇਨਿੰਗ ਦੀ ਹੋ ਗਈ, ਜਦੋਂ ਬੰਦਾ ਆਪ ਕਰਦਾ ਆ ਟ੍ਰੇਨਿੰਗ ਤੇ ਜਦੋਂ ਕਰਾਉਂਦਾ ਆ, ਉਦੋਂ ਜਿੰਨੀ ਵਾਰ ਬੰਦਾ ਵੱਖਰੇ ਇੰਡੀਵਿਜੂਅਲਸ ਨਾਲ ਡੀਲ ਕਰਦਾ ਆ, ਉਨਾ ਜ਼ਿਆਦਾ ਬੰਦੇ ਨੂੰ ਪਤਾ ਲੱਗਦਾ ਕਿ ਇਹ ਚੀਜ਼ ਡਿਫਰੈਂਟ ਤਰੀਕੇ ਨਾਲ ਵੀ ਹੋ ਸਕਦੀ ਆ। ਬਿਲਕੁਲ। ਤੇ ਇਹਦਾ ਕਿਉਂਕਿ ਹਰ ਇੱਕ ਬੰਦਾ ਲਾਈਕ ਸੇਮ ਐਂਗਲ ਤੇ ਨਹੀਂ ਟ੍ਰੇਨ ਕਰ ਸਕਦਾ, ਉਹਦੀ ਬੋਡੀ ਨਹੀਂ ਅਲਾਉ ਕਰ ਸਕਦੀ, ਉਹਦੀ ਮੋਬਿਲਿਟੀ ਨਹੀਂ ਹੈਗੀ, ਉਹਦੀ ਫਲੈਕਸੀਬਿਲਿਟੀ ਨਹੀਂ ਹੈਗੀ। ਉਸ ਹਿਸਾਬ ਨਾਲ ਆਪਾਂ ਨੂੰ ਉਹਨੂੰ ਉਹਦੇ ਲੈਵਲ ਦੇ ਹਿਸਾਬ ਨਾਲ ਸਾਨੂੰ ਟ੍ਰੇਨਿੰਗ ਡਿਜ਼ਾਈਨ ਕਰਨੀ ਪੈਂਦੀ ਆ, ਉਹਦੇ ਨੀਡਸ ਦੇ ਹਿਸਾਬ ਨਾਲ ਸਾਨੂੰ ਨਿਊਟ੍ਰੀਸ਼ਨ ਦੇਣੀ ਪੈਂਦੀ ਆ। ਸੋ ਇਹ ਸਾਰੀਆਂ ਚੀਜ਼ਾਂ ਉਹ ਗੋਲਸ ਤੇ ਰਿਵੋਲਵ ਕਰਦੀਆਂ ਵੀ ਤੁਸੀਂ ਚਾਹੁੰਦੇ ਕੀ ਹੋ। ਬਿਲਕੁਲ। ਤੇ ਕੁਝ ਦਿਨ ਪਹਿਲਾਂ ਨਾ ਮੈਂ ਤੁਹਾਡਾ ਇੱਕ ਸੋਸ਼ਲ ਮੀਡੀਆ ਤੇ ਬਲੌਗ ਦੇਖਿਆ ਸੀ ਜੀ, ਤੁਸੀਂ ਕੋਸਕੋ ਦੇ ਵਿੱਚ ਗਰੋਸਰੀ ਕਰਨ ਦੇ ਲਈ ਟਿਪਸ ਦੇ ਰਹੇ ਸੀਗੇ। ਹਾਂਜੀ। ਸੋ ਨੋ ਡਾਊਟ ਫੂਡ ਜਿਹੜਾ ਹੈ ਉਹ ਬਹੁਤ ਇੱਕ ਅਹਿਮ ਹਿੱਸਾ ਵਾ ਸਾਡੀ ਪਰਸਨੈਲਿਟੀ ਦਾ, ਸਾਡੀ ਹੈਲਥ ਦਾ ਜੀ। ਉਸ ਬਾਬਤ ਗੱਲਬਾਤ ਕਰਾਂਗੇ। ਸਮਾਂ ਬ੍ਰੇਕ ਦਾ ਹੋ ਚੁੱਕਿਆ, ਬ੍ਰੇਕ ਲੈ ਲੈਂਦੇ ਆ ਤੇ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਆ ਜੀ। ਤੁਸੀਂ ਕਿਤੇ ਨਾ ਜਾਣਾ ਜੀ, ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ, ਜਲਦ ਹਾਜ਼ਰ ਹੁੰਦੇ ਆ। ਪ੍ਰੋਗਰਾਮ ਐਡਮਿੰਟਨ ਡਾਇਰੀ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਮੁੜ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਆ ਸਰਦਾਰ ਸਰਬਜੋਤ ਸਿੰਘ ਜੀ ਦੇ ਨਾਲ, ਜਿਹੜੇ ਕਿ ਪਰਸਨਲ ਟ੍ਰੇਨਰ ਵੀ ਨੇ ਤੇ ਨਾਲ ਦੇ ਨਾਲ ਨਿਊਟ੍ਰੀਸ਼ਨ ਐਕਸਪਰਟ ਨੇ। ਆਓ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਸੋ ਸਰਬਜੋਤ ਜੀ, ਆਪਾਂ ਗੱਲਬਾਤ ਕਰ ਰਹੇ ਸੀਗੇ ਗਰੋਸਰੀ ਦੀ ਜੀ, ਕਿਉਂਕਿ ਗਰੋਸਰੀ ਜਿਹੜਾ ਵਾ ਸਾਡਾ ਫੂਡ ਆ ਔਰ ਫੂਡ ਦਾ ਹੈਲਥ ਦੇ ਵਿੱਚ ਬੜਾ ਅਹਿਮ ਜਗ੍ਹਾ ਹੈਗੀ ਆ। ਬਿਲਕੁਲ। ਤੇ ਜਦੋਂ ਅਸੀਂ ਚੂਜ਼ ਕਰਨਾ ਹੁੰਦਾ ਵਾ, ਆਪਾਂ ਗੱਲ ਕਰਦੇ ਵੀ ਇੱਕ ਨਾ ਬੈਲੈਂਸ ਡਾਈਟ ਹੋਣੀ ਚਾਹੀਦੀ ਹੈ ਜੀ। ਔਰ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਡਾਈਟ ਦੀ ਤੇ ਚੋਇਸਸ ਬੜੀਆਂ ਹੁੰਦੀਆਂ ਨੇ। ਬਿਲਕੁਲ। ਕੁਝ ਲੋਕ ਹੋਣਗੇ ਜੇ ਸਿਰਫ ਵੈਜੀਟੇਰੀਅਨ ਨੇ ਜੀ, ਕੁਝ ਲੋਕ ਹੋਣਗੇ ਉਹ ਵੈਜ ਤੇ ਨਾਨ ਵੈਜ ਦੋਨਾਂ ਦਾ ਕੰਬੀਨੇਸ਼ਨ ਲੈ ਲੈਂਦੇ ਆ ਜੀ। ਤੇ ਇੱਕ ਅੱਜ ਕੱਲ੍ਹ ਨਵਾਂ ਕਨਸੈਪਟ ਵੀ ਚੱਲਿਆ ਵਾ ਵੀਗਨ ਦਾ ਜੀ। ਸੋ ਮੈਂ ਚਾਹਾਂਗਾ ਕਿ ਥੋੜਾ ਤਿੰਨਾਂ ਬਾਰੇ ਦੱਸਿਆ ਜਾਵੇ ਕਿ ਕਿੱਦਾਂ ਗਰੋਸਰੀ ਦੀਆਂ ਆਈਟਮਸ ਸਿਲੈਕਟ ਕੀਤੀਆਂ ਜਾ ਸਕਦੀਆਂ ਵਾ, ਕਿੱਦਾਂ ਦੀ ਜਿਹੜੀ ਡਾਈਟ ਆ ਉਹ ਇਨਸਾਨ ਦੇ ਲਈ ਬਿਹਤਰ ਹੋ ਸਕਦੀ ਆ ਅਗਰ ਉਹ ਨਾਲ ਦੇ ਨਾਲ ਐਕਸਰਸਾਈਜ਼ ਵੀ ਕਰੇ ਤੇ ਉਹਨੂੰ ਬਿਹਤਰ ਰਿਜ਼ਲਟ ਜਿਹੜੇ ਆ ਉਹ ਮਿਲ ਸਕਣ। ਬਿਲਕੁਲ ਜੀ। ਸੋ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਕਿ ਡਾਈਟ ਦੇ ਵਿੱਚ ਕਿਸਮਾਂ ਬੜੀਆਂ। ਪਹਿਲਾਂ ਇੱਕ ਵਾਰੀ ਡਾਈਟ ਵੀ ਦੱਸ ਦਿਓ ਵੀ ਡਾਈਟ ਐਗਜ਼ੈਕਟਲੀ ਕੀ ਹੈ। ਉਹ ਅੱਛਾ, ਹਾਂਜੀ। ਸੋ ਡਾਈਟ ਦਾ ਬਿਲਕੁਲ, ਜਦੋਂ ਡਾਈਟ ਦੀ ਇੱਕ ਚੀਜ਼ ਆ ਵੀ ਜਦੋਂ ਕੋਈ ਵੀ ਟ੍ਰੇਨਿੰਗ ਵੱਲ ਜਾਂਦਾ ਜਾਂ ਕੋਈ ਵੀ ਜਿਮ ਲਾਉਣ ਦਾ ਸੋਚਦਾ ਆ ਜਾਂ ਫਿਟਨੈਸ ਗੋਲ ਲੈ ਕੇ ਆਉਂਦਾ ਆ, ਉਹਦੇ ਨਾਲ ਜੁੜਦਾ ਆ ਸਭ ਤੋਂ ਪਹਿਲੇ ਡਾਈਟ। ਸੋ ਡਾਈਟ ਦਾ ਜਿਹੜਾ ਵਰਡ ਆ ਉਹ ਇੰਨਾ ਡਰਾਵਣਾ ਬਣਾਤਾ ਲੋਕਾਂ ਨੇ ਕਿ ਉਹ ਕਹਿੰਦੇ ਬਸ ਅਸੀਂ ਆਹ ਨਹੀਂ ਕਰਨਾ ਹੈ ਨਾ। ਬਿਲਕੁਲ। ਹਾਂਜੀ, ਆਹ ਨਹੀਂ ਖਾਣਾ ਛੱਡ ਸਕਦੇ, ਅਸੀਂ ਰੋਟੀ ਨਹੀਂ ਖਾਣੀ ਛੱਡ ਸਕਦੇ, ਅਸੀਂ ਚਾਹ ਨਹੀਂ ਪੀਣੀ ਛੱਡ ਸਕਦੇ ਹੈ ਨਾ। ਡਾਈਟ ਨੂੰ ਲਾਈਕ ਇੱਕ ਪੋਇਜ਼ਨ ਵਾਂਗੂ ਸਮਝਦੇ ਆ ਜੀ, ਕਿਉਂਕਿ ਉੱਦਾਂ ਜੋ ਦੇਖਦੇ ਆ ਜਾਂ ਲੋਕੀ ਜਿੱਦਾਂ ਸਮਝਾਉਂਦੇ ਆ ਜਾਂ ਕੋਈ ਚੀਜ਼ਾਂ ਨੂੰ ਲਾਈਕ ਵੀਡੀਓਜ਼ ਥਰੂ ਦੇਖਦੇ ਆ ਜਾਂ ਪੋਡਕਾਸਟ ਥਰੂ ਸੁਣਦੇ ਆ ਜਾਂ ਕਿਸੇ ਵੀ ਬੰਦੇ ਨੂੰ ਫੋਲੋ ਕਰਦੇ ਹੈ ਨਾ। ਸੋ ਜਿੰਨੀਆਂ ਚੀਜ਼ਾਂ ਆ ਵੀ ਉਹਨਾਂ ਨੂੰ ਲੱਗਦਾ ਕਿ ਉਬਲਿਆ ਖਾਣਾ ਪੈਣਾ, ਸਾਨੂੰ ਮਿੱਠਾ ਬੰਦ ਕਰਨਾ ਪੈਣਾ। ਬਿਲਕੁਲ। ਅਸੀਂ ਫਰੂਟ, ਕਈ ਤਾਂ ਮੈਂ ਦੇਖੇ ਫਰੂਟ ਹੀ ਨਹੀਂ ਖਾਂਦੇ ਵੀ ਮਿੱਠਾ ਆ ਜੀ, ਹੈ ਨਾ। ਤੇ ਆਪਣੀ ਰੋਟੀ ਬੰਦ ਕਰ ਦਿੰਦੇ, ਸਬਜ਼ੀਆਂ ਖਾਣੀਆਂ ਬੰਦ ਕਰ ਦਿੰਦੇ ਜਿਹੜੀਆਂ ਸਭ ਘਰ ਵੀ ਬਣੀਆਂ ਹੁੰਦੀਆਂ। ਸੋ ਡਾਈਟ ਦਾ ਮਤਲਬ ਕਨਸੈਪਟ ਪੂਰਾ ਉਹਨਾਂ ਦਾ ਇੱਕ ਵਿਜ਼ਨ ਚੇਂਜ ਆ ਵੀ ਡਾਈਟ ਨੂੰ ਪਤਾ ਨਹੀਂ ਕਿੰਨਾ ਫੋਕਾ ਬਣਾ ਕੇ ਖਾਣਾ।
ਸੋ ਇਦਾਂ ਬਿਲਕੁਲ ਨਹੀਂ ਹੈਗਾ। ਡਾਈਟ ਤੁਹਾਡੀ ਉਹ ਆ ਜੋ ਤੁਹਾਡੇ ਹਿਸਾਬ ਨਾਲ ਫਲੈਕਸੀਬਲ ਆ, ਫਲੈਕਸੀਬਲ ਆ ਪਲੱਸ ਪ੍ਰੋਪੋਰਸ਼ਨ 'ਚ ਹੋਵੇ ਤੇ ਗੁੱਡ ਚੋਇਸ ਹੋਵੇ। ਗੁੱਡ ਚੋਇਸ ਵਿੱਚ ਇਹ ਨਹੀਂ ਹੈ ਕਿ ਅਸੀਂ ਸਿਰਫ ਗੁੱਡ ਫੂਡ ਖਾਣਾ ਆ। ਗੁੱਡ ਦੇ ਵਿੱਚ ਇਹ ਆ ਅਸੀਂ ਉਹ ਚੀਜ਼ਾਂ ਖਾਣੀਆਂ ਜਿਹੜੀਆਂ ਪ੍ਰੋਸੈਸਡ ਨਹੀਂ ਹੈਗੀਆਂ, ਠੀਕ ਹੈ, ਜਿਹੜੀ ਹਾਈ ਇਨ ਆਇਲਸ ਨਹੀਂ ਹੈਗੀਆਂ, ਹਾਈ ਇਨ ਸ਼ੂਗਰਸ ਨਹੀਂ ਹੈਗੀਆਂ, ਇਹੋ ਜਿਹੀਆਂ ਚੀਜ਼ਾਂ ਨਹੀਂ ਆਪਾਂ ਖਾਣੀਆਂ ਜ਼ਿਆਦਾਤਰ। ਬਟ ਜ਼ਿਆਦਾਤਰ ਉਹ ਖਾਣੀਆਂ ਜਿਹੜੀਆਂ ਰॉ ਆ, ਰॉ ਲਾਈਕ ਫਰੂਟਸ ਆ, ਵੈਜੀਟੇਬਲਸ ਆ, ਸਾਡੀਆਂ ਦਾਲਾਂ ਆ, ਬੀਨਸ ਆ, ਡੇਅਰੀ ਖਾਓ ਤੁਸੀਂ। ਇਹ ਚੀਜ਼ਾਂ ਸਾਰੀਆਂ ਆ, ਇਹਨਾਂ ਨੂੰ ਤੁਸੀਂ ਬਲੈਂਡ ਕਰਕੇ ਆਪਣੀ ਦਿਨ ਦੇ ਰੂਟੀਨ ਦੇ ਵਿੱਚ ਜਿੱਦਾਂ ਮਰਜ਼ੀ ਖਾਓ, ਠੀਕ ਹੈ। ਬਾਕੀ ਨਾਲ ਫਿਟਨੈਸ ਰੱਖੋ ਬਟ ਜਦੋਂ ਅਸੀਂ ਗੋਲਸ ਤੇ ਆਉਂਦੇ ਆ, ਹੁਣ ਬੰਦਾ 100 kg ਦਾ ਬੰਦਾ ਆ, ਉਹਦਾ ਗੋਲ ਆ ਕਿ ਮੈਂ 70 kg ਤੇ ਆਉਣਾ ਆ, ਓਬੀਸ ਆ, ਉਹਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਆ, ਬਿਲਕੁਲ ਹਾਈ ਬਲੱਡ ਪ੍ਰੈਸ਼ਰ ਦੀ ਹੋ ਸਕਦੀ ਹੈ, ਬਲੱਡ ਪ੍ਰੈਸ਼ਰ ਦੀ ਡਾਇਬੀਟੀਜ਼ ਦੀ ਹੋ ਸਕਦੀ ਹੈ, ਡਾਇਬੀਟੀਜ਼ ਦੀ ਹੋ ਸਕਦੀ ਹੈ ਨਾ। ਸੋ ਇਹ ਚੀਜ਼ਾਂ ਜਦੋਂ ਰਿਲੇਟ ਹੋ ਜਾਂਦੀਆਂ ਫਿਰ ਓਬਵੀਅਸਲੀ ਸਾਨੂੰ ਆਪਣੇ ਆਪ 'ਚ ਥੋੜ੍ਹਾ ਜਿਹਾ ਪ੍ਰਸਾਈਜ਼ਡ ਹੋਣਾ ਪੈਂਦਾ ਹੈ ਕਿ ਹੁਣ ਸਾਨੂੰ ਡਾਈਟ ਕੰਟਰੋਲ ਕਰਨੀ ਹੈ। ਫਿਰ ਸਾਨੂੰ ਪਰਟੀਕੂਲਰ ਚੀਜ਼ਾਂ ਇਹੋ ਜਿਹੀਆਂ ਯੂਜ਼ ਕਰਨੀਆਂ ਪੈਂਦੀਆਂ ਕਿ ਹਾਂ ਇਹ ਹੈਲਪਫੁਲ ਹੋਣ। ਬਟ ਉਹ ਵੀ ਚੀਜ਼ਾਂ ਮੈਟਰ ਕਰਦੀਆਂ ਜੋ ਅਗਲੇ ਬੰਦੇ ਨੂੰ ਪਸੰਦ ਆ। ਲੈਟਸ ਸੇ ਹੁਣ ਫਰੂਟਸ ਆ, ਫਰੂਟਸ ਦੇ ਵਿੱਚ ਤੁਹਾਨੂੰ ਜੋ ਪਸੰਦ ਹੈਗਾ ਆ ਉਸ ਹਿਸਾਬ ਨਾਲ ਅਸੀਂ ਉਹ ਚੀਜ਼ਾਂ ਐਡ ਕਰ ਸਕਦੇ ਹਾਂ। ਵੈਜੀਟੇਬਲਸ ਦੇ ਵਿੱਚ ਜੋ ਪਸੰਦ ਹੈਗਾ ਉਸ ਹਿਸਾਬ ਨਾਲ ਐਡ ਕਰ ਸਕਦੇ। ਮਤਲਬ ਕਿ ਜ਼ਿਆਦਾ ਪ੍ਰੈਸ਼ਰਾਈਜ਼ ਨਾ ਹੋਵੇ ਕੋਈ ਇੰਡੀਵਿਜੂਅਲ ਜਿਹਨੇ ਵੀ ਕਦੀ ਕੋਚਿੰਗ ਲੈਣੀ ਹੈ ਜਾਂ ਡਾਈਟ ਵਿੱਚ ਜਾਣਾ ਹੈ, ਰਾਈਟ। ਸੋ ਇਹਦੇ ਵਿੱਚ ਜਦੋਂ ਡਾਈਟ 'ਚ ਅੱਗੇ ਡਾਈਵ ਆਪਾਂ ਕਰਦੇ ਹਾਂ, ਫਿਰ ਹੁਣ ਲੋਕੀ ਕਈਆਂ ਦੀ ਹੈਗੀ ਵੀ ਅਸੀਂ ਵੈਜੀਟੇਰੀਅਨ ਜੀ, ਬਿਲਕੁਲ ਅਸੀਂ ਮੀਟ ਨਹੀਂ ਖਾਣਾ। ਫਿਰ ਕਈ ਹੈਗੇ ਆ ਵੈਜੀਟੇਰੀਅਨ ਦੇ ਵਿੱਚ ਫਿਰ ਅੱਗੇ ਮੁੜ ਕੇ ਵੀਗਨ ਆ ਜੀ, ਅਸੀਂ ਡੇਅਰੀ ਪ੍ਰੋਡਕਟ ਵੀ ਨਹੀਂ ਖਾਂਦੇ। ਬਿਲਕੁਲ ਫਿਰ ਹੋਰ ਤਰ੍ਹਾਂ ਦੀਆਂ ਡਾਈਟਾਂ ਹੈਗੀਆਂ ਆ, ਕੀਟੋ ਡਾਈਟ ਆ ਜੀ, ਲੋ ਕਾਰਬ ਡਾਈਟ ਆ, ਪੈਲਿਓ ਡਾਈਟ ਆ, ਲਾਈਕ ਬਹੁਤ ਕਿਸਮਾਂ ਆ ਡਾਈਟ ਦੀਆਂ ਬਣਾਈਆਂ। ਕਹਿੰਦੇ ਆ ਉਹ ਕਿਸੇ ਨਾ ਕਿਸੇ ਸਾਇੰਟਿਸਟ ਨੇ ਜਾਂ ਕਿਸੇ ਨਾ ਕਿਸੇ ਨਿਊਟ੍ਰੀਸ਼ਨਿਸਟ ਨੇ ਬਣਾਤੀ ਜੀ, ਬਿਲਕੁਲ। ਬਟ ਐਟ ਦਾ ਐਂਡ ਜਦੋਂ ਆਪਾਂ ਦੇਖਦੇ ਹਾਂ ਉਹਨਾਂ ਨੇ ਮੇਨ ਟਾਰਗੇਟ ਕੀਤਾ ਆ ਫੈਟ ਲਾਸ ਪੋਪੂਲੇਸ਼ਨ ਨੂੰ। ਕਿਉਂਕਿ ਉਹਨਾਂ ਨੇ ਨਿਊਟ੍ਰੀਸ਼ਨ ਦੇ ਤੌਰ 'ਤੇ ਉਹਨਾਂ ਨੇ ਕੈਲੋਰਿਕ ਕੰਟਰੋਲ ਕਰਕੇ ਬੰਦੇ ਨੂੰ ਇਹ ਦੱਸਿਆ ਕਿ ਤੁਸੀਂ ਆਹ ਖਾਓਗੇ ਤਾਂ ਤੁਹਾਡਾ ਫੈਟ ਲਾਸ ਹੋ ਜਾਣਾ, ਬਿਲਕੁਲ, ਠੀਕ ਹੈ। ਬਟ ਅਲਟੀਮੇਟ ਗੋਲ ਉਹੀ ਆ ਵੀ ਉਹਨਾਂ ਨੇ ਕੀ ਕਰਨਾ ਆ, ਕੈਲਰੀਜ਼ ਰਿਸਟ੍ਰਿਕਟ ਕਰਨੀਆਂ ਤੁਹਾਡੀਆਂ, ਠੀਕ ਹੈ। ਹੁਣ ਇੰਟਰਮੀਡੀਏਟ ਫਾਸਟਿੰਗ ਕਰਦੇ ਆ, ਬਿਲਕੁਲ। ਉਹ ਕੀ ਆ, ਫਾਸਟਿੰਗ ਤੁਸੀਂ ਇੱਕ ਵਿੰਡੋ ਦੇ ਦਿੰਦੇ ਆ ਵੀ ਆਹ ਵਿੰਡੋ 'ਚ ਤੁਸੀਂ ਖਾਣਾ, ਆਹ ਵਿੰਡੋ 'ਚ ਨਹੀਂ ਖਾਣਾ, ਬਿਲਕੁਲ। ਓਵਰਆਲ ਉਹਦਾ ਮਕਸਦ ਕੀ ਹੈ, ਇੱਕ ਮਤਲਬ ਦੇਖੋਗੇ ਇਹੀ ਆ ਵੀ ਇੰਨੇ ਘੰਟੇ ਨਹੀਂ ਖਾਣਾ ਮਤਲਬ ਕੈਲਰੀ ਨਹੀਂ ਗਈ, ਇੰਨੇ ਘੰਟੇ ਖਾਣਾ ਮਤਲਬ ਕੈਲਰੀ ਗਈ, ਕਿ ਉਹ ਜਿਹੜੀਆਂ ਪਈਆਂ ਸੀ ਕੈਲਰੀ ਉਹਨਾਂ ਨੂੰ ਯੂਜ਼ ਕਰੋ ਹੁਣ। ਹਾਂ ਬਸ ਉਹੀ ਚੀਜ਼ ਆ। ਹੁਣ ਮੈਂ ਕਹਾਂ ਵੀ ਜਿਹੜੀ ਤੁਸੀਂ 9 ਘੰਟੇ 'ਚ ਖਾਣਾ ਬਾਕੀ ਨਹੀਂ ਖਾਣਾ, ਮੈਂ ਕਹੂੰਗਾ ਤੁਸੀਂ ਜੋ 9 ਘੰਟੇ 'ਚ ਖਾਣਾ ਉਹਨੂੰ ਡਿਸਟਰੀਬਿਊਟ ਕਰਕੇ 24 'ਚ ਖਾ ਲਓ। ਹਾਂ ਬਿਲਕੁਲ, ਠੀਕ ਹੈ। ਬਟ ਗੱਲ ਤੇ ਉਹੀ ਆ, ਇੱਕ ਲਾਈਕ ਉਹੀ ਆ ਵੀ ਇੱਕ ਤਰੀਕਾ ਆ ਕਹਿਣ ਦਾ। ਹੁਣ ਮੈਂ ਤੁਸੀਂ ਇੱਦਾਂ ਕਰ ਲਓ, ਤੁਸੀਂ ਇੱਦਾਂ ਕਰ ਲਓ। ਬਟ ਮੇਰੇ ਹਿਸਾਬ ਨਾਲ ਜੋ ਇੰਪੋਰਟੈਂਟ ਹੈਗਾ ਉਹ ਆ ਵੀ ਨਿਊਟ੍ਰੀਸ਼ਨ ਥਰੂ ਆਊਟ ਦਾ ਡੇ ਤੁਹਾਡੇ ਡਿਸਟਰੀਬਿਊਟਡ ਰਹਿਣੀ ਚਾਹੀਦੀ ਬੋਡੀ, ਤੁਹਾਡੀ ਬੋਡੀ ਐਕਟਿਵ ਰਹਿਣ ਲਈ। ਨਹੀਂ ਤੇ ਤੁਹਾਡਾ ਬੋਡੀ ਦੇ ਜਿਹੜੇ ਨੈਚੁਰਲ ਪ੍ਰੋਸੈਸਿਸ ਹੈਗੇ ਆ, ਹੁਣ ਜਦੋਂ ਸਾਡਾ ਮਸਲ ਉਹਨੂੰ MPS ਕਹਿੰਦੇ ਆ, ਲਾਈਕ ਮਸਲ ਪ੍ਰੋਟੀਨ ਸਿੰਥੇਸਿਸ, ਠੀਕ ਹੈ, ਉਹ ਐਕਟਿਵ ਰਹਿਣ ਲਈ ਸਾਡਾ ਉਹ ਪ੍ਰੋਸੈਸ ਚੱਲਦਾ ਰਹੇ। ਇਸ ਕਰਕੇ ਸਾਡੀ ਬੋਡੀ ਨੂੰ ਇੱਕ ਹਰ ਇੱਕ ਲਾਈਕ ਟਾਈਮ ਪੀਰੀਅਡ ਬਾਅਦ ਸਾਨੂੰ ਇੱਕ ਪ੍ਰੋਟੀਨ ਇਨਟੇਕ ਚਾਹੀਦੀ ਆ ਤਾਂ ਕਿ ਸਾਡੀ ਬੋਡੀ ਨੂੰ ਅਮੀਨੋ ਐਸਿਡਸ ਮਿਲਣ ਤੇ ਸਾਡੇ ਮਸਲਸ ਫੀਡ ਹੋਣ, ਰਾਈਟ। ਉਹਦੇ ਨਾਲ ਕੀ ਹੈ, ਸਾਡੇ ਮਸਲਸ ਆ ਲਾਈਕ ਉਹਨਾਂ ਨੂੰ ਫਿਊਲ ਮਿਲਦਾ ਆ ਤੇ ਸਾਡੀ ਬੋਡੀ 'ਚ ਫਿਰ ਇਹ ਆ, ਸਾਡਾ ਬੋਡੀ ਮਸਲ ਨੂੰ ਨਹੀਂ ਬ੍ਰੇਕ ਡਾਊਨ ਕਰਦੀ। ਸੋ ਇਹ ਚੀਜ਼ਾਂ ਆ। ਬਟ ਜਦੋਂ ਇਨ ਡੈਪਥ ਜਾਂਦੇ ਆ ਅਗਲੇ ਬੰਦੇ ਨੂੰ, ਜਦੋਂ ਆਪਾਂ ਦੱਸਦੇ ਆ ਫਿਰ ਹੀ ਉਹ ਇਹ ਚੀਜ਼ ਨੂੰ ਸਮਝਦੇ ਆ ਵੀ ਹਾਂ ਸਾਨੂੰ ਇਹ ਚੀਜ਼ਾਂ ਜ਼ਰੂਰੀ ਆ। ਸਮਝੋ ਜੀ, ਜਦੋਂ ਆਪਾਂ ਗੱਲ ਕਰਦੇ ਨੇ ਇੱਕ ਬੈਲੈਂਸ ਡਾਈਟ ਦੀ, ਤਾਂ ਉਹਦੇ ਵਿੱਚ ਆਉਂਦਾ ਵੀ ਇਹਦੇ ਵਿੱਚ ਵਾਈਟਾਮਿਨਸ ਵੀ ਹੋਣੇ ਚਾਹੀਦੇ ਆ, ਪ੍ਰੋਟੀਨ ਹੋਣੀ ਚਾਹੀਦੀ ਆ, ਕਾਰਬੋਹਾਈਡਰੇਟਸ ਹੋਣਾ ਚਾਹੀਦਾ, ਵਾਟਰ ਇਨਟੇਕ ਹੋਣਾ ਚਾਹੀਦਾ। ਸੋ ਇੱਕ ਜਿਹੜਾ ਵੈਜੀਟੇਰੀਅਨ ਬੰਦਾ, ਉਹਦੇ ਲਈ ਅਸੀਂ ਕਿਵੇਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੂਰੀਆਂ ਕਰ ਸਕਦੇ? ਕਿਹੜੇ ਗੁੱਡ ਚੋਇਸਿਸ ਨੇ ਫੂਡ ਦੀਆਂ? ਜ਼ਰੂਰ ਜੀ, ਜਿਹੜਾ ਇਹ ਜਿੱਦਾਂ ਹੁਣ ਤੁਸੀਂ ਵੈਜੀਟੇਰੀਅਨ ਦੀ ਗੱਲ ਕਰਦੇ ਆ, ਵੈਜੀਟੇਰੀਅਨ ਡਾਈਟ ਕੋਈ ਇੱਦਾਂ ਨਹੀਂ ਹੈਗਾ ਕਿ ਤੁਸੀਂ ਵੈਜੀਟੇਰੀਅਨ ਹੋ ਕੇ ਕੁਛ ਨਹੀਂ ਅਚੀਵ ਕਰ ਸਕਦੇ, ਬਿਲਕੁਲ, ਠੀਕ ਹੈ। ਸੋ ਇਹ ਕਨਸੈਪਟ ਲਾਈਕ ਦਿਮਾਗ 'ਚੋਂ ਕੱਢ ਦਿਓ ਵੀ ਹਾਂ ਮੈਂ ਵੈਜੀਟੇਰੀਅਨ ਆ, ਮੈਂ ਫਿਟਨੈਸ ਗੋਲ ਨਹੀਂ ਅਚੀਵ ਕਰ ਸਕਦਾ। ਤੁਸੀਂ ਵੈਜੀਟੇਰੀਅਨ ਰਹਿ ਕੇ ਵੀ ਫਿਟਨੈਸ ਗੋਲ ਅਚੀਵ ਕਰ ਸਕਦੇ ਹੋ। ਹਾਂ, ਡਿਪੈਂਡ ਕਰਦਾ ਤੁਸੀਂ ਤੁਹਾਡਾ ਗੋਲ ਕੀ ਆ। ਜੇ ਤੁਹਾਡਾ ਗੋਲ ਹੈਗਾ ਮੈਂ weight gain ਕਰਨਾ, ਠੀਕ ਹੈ, ਈਜ਼ੀਲੀ ਕਰ ਸਕਦੇ ਹਾਂ। ਜੇ ਤੁਹਾਡਾ ਗੋਲ ਹੈਗਾ ਮੈਂ ਫੈਟ ਲਾਸ ਕਰਨੀ ਹੈ, ਹਾਂਜੀ ਅਸੀਂ ਕਰ ਸਕਦੇ ਹਾਂ। ਬਟ ਸਾਨੂੰ ਉੱਥੇ ਇੱਕ ਕਾਈਂਡ ਆਫ ਸਪੋਰਟ ਲੈਣੀ ਪੈਣੀ ਸਪਲੀਮੈਂਟੇਸ਼ਨ ਦੀ। ਕਿਉਂਕਿ ਜਦੋਂ ਅਸੀਂ ਕੈਲਰੀਜ਼ ਨੂੰ ਰਿਪਲੇਸ ਕਰਦੇ ਹਾਂ ਨਿਊਟ੍ਰੀਸ਼ਨ ਦੇ ਨਾਲ ਜਿਨ੍ਹਾਂ ਦੇ ਵਿੱਚ ਲੋ ਕੈਲਰੀਜ਼ ਆ, ਫਿਰ ਸਾਨੂੰ ਸਪਲੀਮੈਂਟੇਸ਼ਨ ਐਡ ਕਰਨੀ ਪੈਂਦੀ ਆ ਫॉर दैट ਟਾਈਮ, ਤਾਂ ਕਿ ਸਾਡੀ ਬੋਡੀ ਜਦੋਂ ਸਫਰ ਕਰਦੀ ਹੈ ਸਾਡੇ ਨਿਊਟ੍ਰੀਐਂਟਸ ਨਾ ਸ਼ਟ ਹੋਣ। ਸੋ ਬੋਡੀ ਦੀ ਇੰਟਰਨਲ ਹੈਲਥ, ਆਰਗਨ ਹੈਲਥ, ਇਹ ਸਾਰੀਆਂ ਚੀਜ਼ਾਂ ਔਨ ਪੁਆਇੰਟ ਰਹਿਣ। ਤੇ
ਜੇ ਬੰਦੇ ਦਾ ਹੈਗਾ ਆ ਵੀ ਅਲਟੀਮੇਟ ਗੋਲ ਹੈਗਾ ਵੀ ਹਾਂ ਮੈਂ ਆਪਾਂ ਕੰਪੀਟੀਸ਼ਨ ਕਰਨਾ, ਲਾਈਕ ਲੀਨ ਹੋਣਾ ਆ, ਲਾਈਕ ਪੇਪਰ ਸਕਿਨ ਕਰਨੀ ਹੈ, ਸ਼੍ਰੈਡਡ ਕਰਨਾ ਆਪਣੇ ਆਪ ਨੂੰ, ਫਿਰ ਅਗੇਨ ਸਾਨੂੰ ਰਿਲਾਈ ਜ਼ਿਆਦਾ ਸਪਲੀਮੈਂਟਸ 'ਤੇ ਕਰਨਾ ਪੈਂਦਾ ਆ ਬੀਇੰਗ ਅ ਵੈਜੀਟੇਰੀਅਨ। ਸੋ ਇਹ ਨਹੀਂ ਹੈਗਾ ਕਿ ਤੁਹਾਨੂੰ ਚੋਇਸਿਸ ਨਹੀਂ ਮਿਲਣੀਆਂ। ਲਾਈਕ ਮੇਨਲੀ ਕੁਐਸਚਨ ਮੈਨੂੰ ਬਹੁਤ ਆਏ ਆ ਜਦੋਂ ਮੈਂ ਰੀਸੈਂਟਲੀ YouTube ਵੀਡੀਓ ਪਾਈ, ਮੈਨੂੰ ਅਗਲਾ ਇਹ ਸਾਰਿਆਂ ਦਾ ਇੱਕ ਰਿਕੁਐਸਟ ਆਈ ਕਿ ਵੈਜੀਟੇਰੀਅਨ ਪ੍ਰੋਟੀਨ ਸੋਰਸਸ ਬਾਰੇ ਦੱਸੋ ਕਿ ਅਸੀਂ ਕੀ ਖਾ ਸਕਦੇ ਹਾਂ। ਦੱਸ ਦਿਓ ਫਿਰ। ਸੋ ਵੈਜੀਟੇਰੀਅਨ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਜੋ ਤੁਸੀਂ ਖਾ ਸਕਦੇ, ਹਾਈ ਇਨ ਪ੍ਰੋਟੀਨ ਆ। ਆਪਾਂ ਨੂੰ ਇਹ ਲੱਗਦਾ ਜਿੱਦਾਂ ਹੁਣ ਅਸੀਂ ਬਾਹਰ ਨਿਕਲ ਗਏ, ਸਾਨੂੰ ਲੱਗਦਾ ਕਿ ਅਸੀਂ ਚੀਜ਼ਾਂ ਨਾ ਕੋਈ ਹੈ ਹੀ ਨਹੀਂ ਪ੍ਰੋਟੀਨ ਵਾਲੀਆਂ, ਕਿਉਂਕਿ ਹੁਣ ਇੱਥੇ ਆ ਗਏ ਆ ਅਸੀਂ ਇੱਥੇ ਆ ਕੇ ਟੋਫੂ ਸੁਣਿਆ। ਟੋਫੂ ਇੱਕ ਚੀਜ਼ ਹੁੰਦੀ ਆ, ਇੰਡੀਆ ਅਸੀਂ ਉਹਨੂੰ ਸੁਣਦੇ ਸੀਗੇ ਪਨੀਰ ਹੈਗਾ, ਟੋਫੂ ਬਸ ਇੱਕ ਡਿਫਰੈਂਟ। ਹੁਣ ਜਿਹੜੀ ਪਨੀਰ ਨੂੰ ਇੱਥੇ ਆਪਾਂ ਕਾਟੇਜ ਚੀਜ਼ ਕਹਿੰਦੇ ਆ, ਬਿਲਕੁਲ ਠੀਕ ਹੈ। ਉਹਦੀਆਂ ਕੈਲਰੀਜ਼ ਥੋੜੀਆਂ ਹਾਈ ਹੁੰਦੀਆਂ ਬਿਕੋਜ਼ ਉਹਦੀ ਫੈਟ ਕੰਟੈਂਟ ਜ਼ਿਆਦਾ ਹੁੰਦਾ ਹੈ, ਬਿਲਕੁਲ, ਠੀਕ ਹੈ, ਦੁੱਧ ਤੋਂ ਬਣਦਾ। ਹਾਂਜੀ, ਦੁੱਧ ਤੋਂ ਬਣਦਾ ਹੈ। ਬਟ ਜਦੋਂ ਆਪਣੀ ਸਭ ਤੋਂ ਜ਼ਿਆਦਾ ਸਾਨੂੰ ਪ੍ਰੋਟੀਨ ਸੋਰਸ ਉਦੋਂ ਲੱਭਣੇ ਆ ਜਦੋਂ ਅਸੀਂ ਆਪਣੀ ਘਰ ਦੀ ਰਸੋਈ ਦੇਖਾਂਗੇ। ਪੰਜਾਬੀ ਘਰ ਦੀ ਰਸੋਈ 'ਚ ਸਭ ਤੋਂ ਜ਼ਿਆਦਾ ਪ੍ਰੋਟੀਨ ਪਿਆ ਹੁੰਦਾ, ਬਸ ਸਾਨੂੰ ਇਹ ਪਤਾ ਨਹੀਂ ਹੈ। ਇਹ ਨਹੀਂ ਪਤਾ ਹੁੰਦਾ ਵੀ ਇਹਨਾਂ ਨੂੰ ਯੂਟਿਲਾਈਜ਼ ਕਿਵੇਂ ਕਰੀਏ, ਯੂਟਿਲਾਈਜ਼ ਨਹੀਂ ਕਰਨਾ, ਯੂਟਿਲਾਈਜ਼ ਕਿੱਦਾਂ ਕਰਨਾ ਜਾਂ ਇਹ ਚੀਜ਼ਾਂ ਹੈ, ਕਿਉਂਕਿ ਸਾਨੂੰ ਉਹੀ ਜਿੱਦਾਂ ਹੁਣ ਘਰ ਜੋ ਬਣਿਆ ਪਸੰਦ ਨਹੀਂ ਹੈ, ਠੀਕ ਹੈ। ਅਸੀਂ ਇਹ ਨਹੀਂ ਖਾਣਾ, ਅਸੀਂ ਉਹ ਨਹੀਂ ਖਾਣਾ। ਬਟ ਸਭ ਤੋਂ ਵਧੀਆ ਪ੍ਰੋਟੀਨ ਸੋਰਸ ਸਭ ਤੋਂ ਪਹਿਲੇ ਜੇ ਮੈਂ ਕਹਾਂ ਕਿ ਹੈਗਾ ਵੈਜੀਟੇਰੀਅਨ ਲਈ, ਹੈਗਾ ਮੂੰਗ ਦੀ ਦਾਲ। ਠੀਕ ਹੈ, ਮੂੰਗ ਦੀ ਦਾਲ ਕਿਉਂ? ਮੂੰਗ ਦੀ ਦਾਲ ਇਹ ਆ ਵੀ ਓਵਰਆਲ ਉਹਦੀ ਕੈਲਰੀਜ਼ ਥੋੜ੍ਹੀਆਂ ਘੱਟ ਨੇ ਬਾਕੀ ਦਾਲਾਂ ਨਾਲੋਂ, ਤੇ ਰਾਜਮਾ ਹੋ ਗਏ ਬੀਨਸ ਨਾਲੋਂ, ਤੇ ਉਹਦਾ ਪ੍ਰੋਟੀਨ ਕੰਟੈਂਟ ਗੁੱਡ ਆ। ਸੋ ਤੁਹਾਨੂੰ ਪ੍ਰੋਟੀਨ ਮਿਲਣਾ ਹੀ ਮਿਲਣਾ ਨਾਲ। ਉਹ ਉੱਦਾਂ ਘਰੋਂ ਇਹ ਆ ਵੀ ਤੁਹਾਨੂੰ ਕੋਈ ਉਹ ਨਹੀਂ ਹੈਗਾ, ਲੋਕਾਂ ਨੂੰ ਬਸ ਇਹੀ ਆ ਵੀ ਆਪਣੇ ਘਰ ਜਿਹੜੀ ਚੀਜ਼ ਪਈ ਨਾ ਉਹਦਾ ਨਿਊਟ੍ਰੀਸ਼ਨ ਹੈ ਨਹੀਂ ਖਰੇ, ਉਹ ਇੱਦਾਂ ਹੀ ਆ। ਤੁਸੀਂ ਮੂੰਗ ਦਾਲ ਆ ਉਹਦੇ ਸਪਰਾਊਟਸ ਬਣਾਓ, ਬਿਲਕੁਲ ਸਪਰਾਊਟਸ ਬਣਾ ਕੇ ਖਾਓ, ਜਾਂ ਉਹਦੀ ਸਬਜ਼ੀ ਬੋਇਲ ਕਰਕੇ ਖਾਓ, ਠੀਕ ਹੈ। ਦੂਜੀ ਜਿਹੜਾ ਪ੍ਰੋਟੀਨ ਸੋਰਸ ਵੈਜੀਟੇਰੀਅਨ ਦੇ ਵਿੱਚ ਆ, ਤੁਸੀਂ ਐਡਮਾਮੇ ਬੀਨਸ ਆ, ਉਹਨੂੰ ਆਪਣੇ ਸੋਇਆਬੀਨ ਦੀ ਵੜੀਆਂ ਵੀ ਕਹਿ ਦਿੰਦੇ ਆ, ਜਿਹੜੀਆਂ ਬੀਨਸ ਆਉਂਦੀਆਂ ਹਰੀਆਂ, ਉਹ ਗੁੱਡ ਪ੍ਰੋਟੀਨ ਸੋਰਸ ਆ, ਠੀਕ ਹੈ। ਤੋ ਹੋਰ ਬਥੇਰੇ ਸੋਇਆ ਮਿਲਕ ਆ, ਐਲਮੰਡ ਮਿਲਕ ਆ, ਹਾਂਜੀ ਮਿਲਕ ਤੇ ਚਲੋ ਇੱਕ ਇਹ ਨਾ ਉਹ ਬਣਿਆ ਆ ਹੈਨਾ, ਬਟ ਆਪਾਂ ਮੇਨ ਹੀ ਉਹ ਚੀਜ਼ ਰਸੋਈ ਦੀ ਗੱਲ ਪਤਾ ਆ, ਹਾਂ ਰਸੋਈ ਤੋਂ ਵੀ ਇਹ ਚੀਜ਼ਾਂ ਸਾਨੂੰ ਮਿਲ ਜਾਣੀਆਂ। ਹੁਣ ਕਾਲੇ ਚਨੇ ਹੋ ਗਏ, ਕਾਲੇ ਚਨੇ ਬਿਲਕੁਲ ਹੈਨਾ, ਚਿਕ ਪੀਸ ਚਿੱਟੇ ਛੋਲੇ ਹੋ ਗਏ, ਚਿੱਟੇ ਛੋਲੇ, ਠੀਕ ਹੈ। ਸੋਇਆਬੀਨ ਜਿਹੜੇ ਸੋਇਆ ਚੰਕਸ ਮਿਲਦੇ ਆ, ਬਿਲਕੁਲ ਉਹ ਬਹੁਤ ਵਧੀਆ ਸੋਰਸ ਆ ਪ੍ਰੋਟੀਨ ਦਾ। ਸੋਇਆ ਤਾਂ ਭੁੰਨ ਕੇ ਵੀ ਖਾਧੀ ਜਾਵੇ ਬਹੁਤ ਵਧੀਆ ਲੱਗਦੀ ਉਹ, ਹਾਂਜੀ। ਹੁਣ ਬਟ ਗੱਲ ਇਹ ਹੈ ਵੀ ਜਿਹੜੇ ਵੈਜੀਟੇਰੀਅਨ ਸੋਰਸਸ ਆ ਮੋਸਟਲੀ ਉਹ ਸੋਇਆ ਤੋਂ ਡਰਾਈਵ ਹੁੰਦੇ ਆ। ਉਹਦੀ ਜਿਹੜੀ ਮੇਨ ਜਿਹੜਾ ਆਪਣਾ ਹੈਗਾ ਨਾ ਇੰਗਰੀਡੀਐਂਟ ਯੂਜ਼ ਹੁੰਦਾ ਆ ਉਹ ਸੋਇਆ ਹੁੰਦਾ ਆ ਜੀ, ਹੈਨਾ। ਤੇ ਬਟ ਹੁਣ ਦੂਜਾ ਕੁਐਸਚਨ ਇਨ ਡੈਪਥ ਜਦੋਂ ਜਾਂਦੇ ਆ, ਲੋਕੀ ਇਹ ਕਹਿੰਦੇ ਵੀ ਸੋਇਆ ਜ਼ਿਆਦਾ ਖਾਣ ਦੇ ਨਾਲ ਸਾਡਾ ਐਸਟ੍ਰੋਜਨ ਲੈਵਲ ਅਪ ਹੋ ਜਾਂਦੇ ਆ ਜੀ, ਟੈਸਟੋਸਟੈਰੋਨ ਲੋ ਚੱਲ ਜਾਂਦੇ ਆ। ਬਿਲਕੁਲ। ਹੁਣ ਇਹਦੇ ਆਲੇ ਦੁਆਲੇ ਲਾਈਕ ਕਾਫੀ ਜ਼ਿਆਦਾ ਸਟੱਡੀਜ਼ ਹੋਈਆਂ ਆ ਕਿ ਜਾਂਦੇ ਕਿ ਨਹੀਂ ਜਾਂਦੇ, ਐਸਟ੍ਰੋਜਨ ਅਪ ਜਾਂਦੇ ਕਿ ਨਹੀਂ ਜਾਂਦੇ। ਸੋ ਇਹ ਸਟੱਡੀ ਕੋਈ ਵੀ ਇੱਕ ਪੁਆਇੰਟ ਤੇ ਆ ਕੇ ਨਹੀਂ ਗਈ ਵੀ ਹਾਂ ਇਹ ਅਪਰੂਵਨ ਆ, ਰਾਈਟ। ਸੋ ਡਿਪੈਂਡ ਕਰਦਾ ਤੁਸੀਂ ਕਿੰਨੀ ਕੁਆਂਟੀਟੀ ਲੈਣੀ, ਬੈਲੈਂਸ ਦੇ ਵਿੱਚ ਲਈ ਜਾ ਸਕਦੇ, ਬੈਲੈਂਸ ਲਓ ਤੁਸੀਂ, ਕੁਛ ਇਫੈਕਟ ਨਹੀਂ ਕਰਦੀ, ਠੀਕ ਹੈ। ਸੋ ਬਲੈਂਡ ਯੂਜ਼ ਕਰੋ। ਮੈਂ ਹਮੇਸ਼ਾ ਕਹਿੰਦਾ ਜਿਹੜਾ ਵੈਜੀਟੇਰੀਅਨ ਆ ਆਲਵੇਜ਼ ਡਿਫਰੈਂਟ ਟਾਈਪਸ ਦੀਆਂ ਦਾਲਾਂ ਨਾਲ ਰੱਖੋ, ਠੀਕ ਹੈ। ਤੁਸੀਂ ਟੋਫੂ ਖਾਓ, ਸੋਇਆਬੀਨ ਚੰਕਸ ਖਾਓ, ਮੂੰਗ ਦਾਲ ਦਾ ਸਪਰਾਊਟ ਨਾਲ ਤੁਸੀਂ ਆਪਣੀ ਜੋ ਵੀ ਤੁਹਾਡੀ ਕਾਰਬਸ ਫੈਟਸ ਹੈਗੀਆਂ ਉਹਨੂੰ ਥਰੂ ਆਊਟ ਦਾ ਡੇ ਡਿਸਟਰੀਬਿਊਟ ਕਰੋ, ਬਿਲਕੁਲ। ਤੇ ਥੋੜਾ ਜਿਹਾ ਸਪਲੀਮੈਂਟ ਦਾ ਸਪੋਰਟ ਲਵੋ, ਜਿੱਦਾਂ ਪ੍ਰੋਟੀਨ ਸ਼ੇਕ ਹੋ ਗਿਆ, 1-2 ਸਕੂਪ ਉਹਦੇ ਲੈ ਲਏ, ਤੁਹਾਡਾ ਫਿਟਨੈਸ ਜੋ ਵੀ ਤੁਹਾਡੀ ਰਿਕੁਆਇਰਮੈਂਟ ਆ ਈਜ਼ੀਲੀ ਪੂਰੀ ਹੋ ਜਾਂਦੀ ਹੈ, ਬਿਲਕੁਲ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਨਾਨ ਵੈਜੀਟੇਰੀਅਨ ਦੇ ਲਈ, ਉਹਨਾਂ ਕੋਲ ਤਾਂ ਬਹੁਤ ਆਪਸ਼ਨਸ ਨੇ ਭਾਈ। ਸਾਡੇ ਕੋਲ ਅੰਡਾ ਵੀ ਆ, ਫਿਸ਼ ਵੀ ਆ, ਫਿਰ ਚਿਕਨ ਵੀ ਆ, ਗੋਟ ਵੀ ਆ, ਬੀਫ ਆ, ਪੋਰਕ ਆ ਜੀ, ਨੋ ਲਿਮਿਟ, ਰਾਈਟ ਜੀ। ਔਰ ਵੀਗਨ ਜਿਹੜੇ ਆ ਉਹਨਾਂ ਲਈ ਜਿਹੜਾ ਸੋਇਆ ਵਾ, ਇਹ ਤੋਂ ਇਲਾਵਾ ਹੋਰ ਕੋਈ ਆਪਸ਼ਨਸ ਹੈਗੀਆਂ ਨੇ ਵੀਗਨ? ਬਿਲਕੁਲ, ਉਹਨਾਂ ਦੇ ਵੀ ਹੁਣ ਦੇਖੋ ਜਿੱਦਾਂ ਕਿਸੇ ਚੀਜ਼ ਦੀ ਜਦੋਂ ਕੋਈ ਕ੍ਰੀਏਟ ਕਰਦਾ, ਹੁਣ ਵੀਗਨ ਬਣਨਾ ਪਹਿਲੇ ਇਹਦਾ ਕੁਛ ਸੀਗਾ ਨਹੀਂ ਵੀ ਹਾਂਜੀ ਡਾਈਟ ਦਾ ਕੁਝ ਸੋਚਦਾ, ਇਹਦਾ ਕੋਈ ਨਾਮ ਨਹੀਂ ਆਇਆ ਸੀ। ਕੀਟੋ ਡਾਈਟ ਆ ਗਿਆ ਜੀ, ਲੋ ਕਾਰਬ ਆ ਗਈ, ਹੈ ਨਾ। ਜਦੋਂ ਹੁਣ ਆਹ ਵੀਗਨ ਦਾ ਲੋਕਾਂ ਨੂੰ ਆਇਆ ਵੀ ਅਸੀਂ ਡੈਰੀ ਵੀ ਨਹੀਂ ਖਾਣਾ, ਹੁਣ ਤਾਂ ਵੀਗਨ ਰੈਸਟੋਰੈਂਟ ਵੀ ਖੁੱਲ ਚੁੱਕੇ ਨੇ। ਹਾਂਜੀ, ਉਹੀ ਹੈ। ਜਦੋਂ ਇੱਕ ਹੁਣ ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਮਾਸਕ ਨੂੰ ਪਹਿਲੇ ਕੋਈ ਪੁੱਛਦਾ ਸੀਗਾ? ਨਹੀਂ ਪੁੱਛਦਾ ਸੀਗਾ, ਬਿਲਕੁਲ, ਠੀਕ ਹੈ। ਸੈਨੀਟਾਈਜ਼ਰ ਨੂੰ ਕੋਈ ਪੁੱਛਦਾ ਸੀ? ਨਹੀਂ ਪੁੱਛਦਾ ਸੀਗਾ। ਇੱਥੇ ਮੈਂ ਤੁਹਾਨੂੰ ਥੋੜੀ ਜਿਹੀ ਹਾਸੇ ਵਾਲੀ ਗੱਲ ਦੱਸਦਾ ਵੀ ਅੱਜ ਤੋਂ 2 ਸਾਲ ਪਹਿਲਾਂ ਜਦੋਂ ਮਾਸਕ ਜਿਹੜਾ ਸੀ ਪਾਪੂਲਰ ਨਹੀਂ ਸੀ ਹੋਇਆ ਜਾਂ ਕਾਮਨ ਯੂਜ਼ ਦੇ ਵਿੱਚ ਨਹੀਂ ਸੀ ਆਇਆ ਜੀ, ਉਸ ਤੋਂ ਪਹਿਲਾਂ ਅਗਰ ਤੁਸੀਂ ਚਿਹਰਾ ਢੱਕ ਕੇ ਸਟੋਰ 'ਚ ਜਾਣਾ, ਉਹਨੂੰ ਵੀ ਨੀਚੇ ਕਰੇ ਨੂੰ ਭਾਈ, ਹਾਂਜੀ ਹਾਂਜੀ, ਡਰ ਲੱਗਦਾ, ਤੇਰਾ ਫੇਸ ਜਿਹੜਾ ਵਾ ਸਾਨੂੰ ਆਇਡੈਂਟੀਫਾਈ ਕਰਨਾ ਪੈਣਾ ਵਾ, ਬਿਲਕੁਲ। ਤੇ ਸਮਾਂ ਵੇਖ ਲਓ ਕਿੱਦਾਂ ਬਦਲਿਆ, ਹੁਣ ਕਿਸੇ ਨੂੰ ਨੰਗੇ ਚਿਹਰੇ ਨਹੀਂ ਸੀ ਜਾਣ ਦਿੰਦੇ, ਬਿਲਕੁਲ। ਉਹੀ ਨਾ, ਹੁਣ ਅਸੀਂ ਤੇ
ਪਹਿਲਾਂ ਕਦੇ ਮਾਲ ਜਾਈਦਾ ਸੀ ਅਸੀਂ ਮਾੜਾ ਜਿਹਾ ਕਿਸੇ ਨੇ ਛਿੱਕਤਾ ਨਾ ਕਹਿਣਾ ਬਲੈਸ ਯੂ, ਗॉड ਬਲੈਸ ਯੂ। ਹੁਣ ਛਿੱਕਦੇ ਤੇ ਨਾ ਅੱਖਾਂ ਕੱਢ ਕੇ ਦੇਖਦੇ ਭਰਾਓ ਭਾਈ ਪਰੇ ਹੋ ਯਾਰ, ਰਾਈਟ। ਸੋ ਉਹੀ ਮੈਂ ਗੱਲ ਇਹ ਕਰਦਾ, ਜੋ ਚੀਜ਼ ਜਦੋਂ ਟ੍ਰੈਂਡਿੰਗ ਜਾਂਦੀ ਨਾ, ਲੋਕੀ ਉਹਦੇ ਆਲੇ ਦੁਆਲੇ ਆ ਕੇ ਕੀ ਕਰਦੇ ਆ, ਇੱਕ ਆਪਣਾ ਬਿਜ਼ਨਸ ਚਲਾਉਣ ਦੇ ਲਈ ਲੋਕਾਂ ਨੇ ਨਾ ਇੱਕ ਸੈਟਅਪ ਕਰ ਲੈਣਾ। ਹੁਣ ਜਦੋਂ ਮਾਸਕਸ ਦਾ ਜ਼ਿਆਦਾ ਰਿਵਾਜ, ਹੁਣ ਕੋਵਿਡ ਆ ਜੀ, ਮਾਸਕ ਪਾ ਲਓ ਮਾਸਕ ਪਾ ਲਓ ਜੀ, ਲੋਕਾਂ ਨੇ ਮਾਸਕ ਦੇ ਬਿਜ਼ਨਸ ਖੋਲ ਤੇ ਪ੍ਰਿੰਟ ਕਰਕੇ ਵੇਚਣ ਲੱਗ ਪਏ, ਹੋਰ ਬਣਾ ਤੇ ਬੜਾ ਬਥੇਰਾ ਕੁਝ ਕ੍ਰੀਏਟ ਕਰ ਟ੍ਰੈਂਡ ਸੂਟਾਂ ਦੇ ਨਾਲ ਦੇ ਮੈਚਿੰਗ, ਸੂਟਾਂ ਦੇ ਨਾਲ ਮੈਚਿੰਗ ਕਰਤੇ ਵੀ ਆ ਹਨਾ। ਫਿਰ ਸੈਨੀਟਾਈਜ਼ਰ ਉੱਤੋਂ ਉਹਨਾਂ ਦੇ ਪ੍ਰਾਈਸ ਅਪ ਕਰਤੇ, ਐਡੀਡਾਸ ਵਾਲਿਆਂ ਦੇ, ਬੈਂਚ ਵਾਲਿਆਂ ਦੇ, ਸਾਰੇ ਵੱਡੇ ਵੱਡੇ ਬ੍ਰਾਂਡ ਸੀ, ਉਹਨਾਂ ਨੇ ਉਹ ਚੀਜ਼ ਬਣਾਤੀ ਹਨਾ। ਹੁਣ ਉਹੀ ਚੀਜ਼ ਆ, ਅਸੀਂ ਮਾਰਕੀਟ 'ਚ ਆ, ਅਸੀਂ ਆਪਣਾ ਡਿਮਾਂਡ ਆ, ਹੁਣ ਪਬਲਿਕ ਦੀ ਡਿਮਾਂਡ ਕੀ ਆ, ਅਸੀਂ ਵੀਗਨ ਆ ਜੀ, ਠੀਕ ਹੈ। ਜਿਹੜੇ ਅੱਗੇ ਬਿਜ਼ਨਸ ਵਾਲੇ ਬੈਠੇ ਆ ਤੇ ਜਿਨ੍ਹਾਂ ਨੇ ਕ੍ਰੀਏਟ ਕਰਨਾ ਆ, ਉਹਨਾਂ ਨੇ ਕੁਛ ਨਾ ਕੁਛ ਇਹੋ ਜਿਹਾ ਕ੍ਰੀਏਟ ਕਰਦਾ, ਉਹਨਾਂ ਨੂੰ ਪਤਾ ਆ ਇਹਨਾਂ ਕੋਲ ਆਪਸ਼ਨ ਤਾਂ ਹੈ ਨਹੀਂ, ਠੀਕ ਹੈ। ਬਟ ਰਹੀ ਗੱਲ ਵੀ ਵੀਗਨਸ ਕੀ ਖਾਂਦੇ ਆ ਸੋਏ ਤੋਂ ਇਲਾਵਾ ਜਾਂ ਡੇਅਰੀ ਤੋਂ ਇਲਾਵਾ, ਉਹ ਫਿਰ ਇਹੀ ਆ ਲਾਈਕ ਪਲਾਂਟ ਸੋਰਸਸ ਪ੍ਰੋਟੀਨ ਵਾਲੇ ਬਥੇਰੇ ਆ, ਜਿੱਦਾਂ ਪੀ ਪ੍ਰੋਟੀਨ, ਆਪਣੇ ਮਟਰ ਕਹਿੰਦੇ ਜਿਹਨੂੰ ਆਪਾਂ, ਮਟਰਾਂ 'ਚ ਵੀ ਪ੍ਰੋਟੀਨ ਹੁੰਦਾ ਹੈ, ਬਿਲਕੁਲ, ਠੀਕ ਹੈ। ਤੇ ਇਹਨਾਂ ਦੇ ਨਾਲ ਦਾਲਾਂ ਦਾ ਬਲੈਂਡ ਹੋ ਗਿਆ, ਚਿਕਪੀਸ ਦਾ ਬਲੈਂਡ ਹੋ ਗਿਆ, ਇਹ ਚੀਜ਼ਾਂ ਫਿਰ ਯੂਜ਼ ਕਰਦੇ ਆ ਉਹ ਥਰੂ ਆਊਟ। ਬਾਕੀ ਉਹ ਵੀ ਜਿਹੜੇ ਵੀਗਨ ਹੈਗੇ ਆ, ਜਿਹੜੇ ਜ਼ਿਆਦਾ ਆਪਣੇ ਫਿਟਨੈਸ ਨੂੰ ਲੈ ਕੇ ਜਾਂ ਉਹਨਾਂ ਦਾ ਕੋਈ ਗੋਲ ਆ, ਉਹ ਫਿਰ ਉਹੋ ਜਿਹਾ ਆ ਪਲਾਂਟ ਬੇਸਡ ਪ੍ਰੋਟੀਨ ਯੂਜ਼ ਕਰਦੇ ਆ ਜਾਂ ਗ੍ਰੀਨਸ ਯੂਜ਼ ਕਰਦੇ ਆ, ਉਹ ਇਹੋ ਜਿਹੇ ਯੂਜ਼ ਕਰਦੇ। ਫਿਰ ਆਈ ਡੋਂਟ ਥਿੰਕ ਸੋ ਉਹ ਵੇ ਪ੍ਰੋਟੀਨ ਵੀ ਕਰਦੇ ਆ, ਬਿਕੋਜ਼ ਵੇ ਪ੍ਰੋਟੀਨ ਵੀ ਦੁੱਧ ਤੋਂ ਹੀ ਡਰਾਈਵ ਹੁੰਦਾ ਹੈ। ਸੋ ਫਿਰ ਉਹ ਉਹੀ ਚੀਜ਼ਾਂ ਦੇ ਸਰਾਊਂਡਡ ਰਹਿੰਦੇ ਆ ਮੋਸਟਲੀ, ਜਿਹੜੇ ਪਲਾਂਟ ਪ੍ਰੋਟੀਨ ਆ ਉਹਨਾਂ ਤੋਂ ਕੰਜ਼ਿਊਮ ਕਰਦੇ ਆ ਉਹ ਜ਼ਿਆਦਾਤਰ। ਸਰਬਜੋਤ ਜੀ, ਇੱਕ ਵਧੀਆ ਹੈਲਥ ਵਾਸਤੇ ਆਪਾਂ ਗੱਲ ਕੀਤਾ ਵੀ ਐਕਸਰਸਾਈਜ਼ ਵੀ ਜ਼ਰੂਰੀ ਆ, ਡਾਈਟ ਵੀ ਜ਼ਰੂਰੀ ਆ ਜੀ, ਇਹਦੇ ਨਾਲ ਨਾਲ ਵਾਟਰ ਇਨਟੇਕ ਕਿੰਨੀ ਕੁ ਹੋਣੀ ਚਾਹੀਦੀ ਆ, ਇੱਕ ਇਹ ਕੁਐਸਚਨ। ਤੇ ਦੂਜਾ ਹੈਗਾ ਵਾ ਕਿ ਜਿਹੜੀ ਸਲੀਪ ਆ ਇਹ ਕਿੰਨੀ ਕੁ ਹੋਣੀ ਚਾਹੀਦੀ ਹੈ ਤੇ ਕਿੰਨੀ ਕੁ ਜ਼ਰੂਰੀ ਆ? ਬਿਲਕੁਲ, ਜਦੋਂ ਆਪਾਂ ਫਿਟਨੈਸ ਤੇ ਹੈਲਥ ਦੀ ਗੱਲ, ਦੇਖੋ ਹੈਲਥ ਤੇ ਫਿਟਨੈਸ ਇਕੱਲੀ ਜਿਮ ਤੇ ਡਾਈਟ ਦੇ ਆਲੇ ਦੁਆਲੇ ਨਹੀਂ ਰਹਿੰਦੀ, ਠੀਕ ਹੈ। ਸੋ ਫਿਟਨੈਸ ਓਵਰਆਲ ਇੱਕ ਬੰਦੇ ਦੀ ਮੈਂਟੈਲਿਟੀ ਤੋਂ ਸ਼ੁਰੂ ਹੁੰਦੀ ਆ ਜੀ। ਮੈਂਟੈਲਿਟੀ ਇਜ਼ ਲਾਈਕ ਹਾਊ ਡੂ ਯੂ ਵਾਂਟ ਟੂ ਲਿਵ, ਹੈ ਨਾ। ਹੁਣ ਜਿੱਥੇ ਅਸੀਂ ਆਪਣੇ ਆਪ ਨੂੰ ਘਰ ਆ, ਸਾਡਾ ਘਰ ਆ, ਅਸੀਂ ਘਰ ਨੂੰ ਅੰਦਰ ਸ਼ੁਰੂ ਕਰਦੇ ਹਾਂ ਜਦੋਂ ਨਵਾਂ ਲੈਣਾ, ਡੋਰਮੈਟ ਤੋਂ ਅਸੀਂ ਵਧੀਆ ਡੋਰਮੈਟ ਰੱਖਦੇ ਹਾਂ ਜੀ, ਅਸੀਂ ਵਧੀਆ ਹੈਂਗਰ ਰੱਖਦੇ ਹਾਂ, ਅਸੀਂ ਵਧੀਆ ਫਰਨੀਚਰ ਲੈ ਕੇ ਆਉਂਦੇ ਹਾਂ ਜੀ। ਜਿੱਦਾਂ ਅਸੀਂ ਆਪਣੇ ਘਰ ਦਾ ਅੰਦਰ ਚਾਹੁੰਦੇ ਆ ਵੀ ਯਾਰ ਸਾਫ਼ ਰਵੇ, ਡੈਕੋਰੇਟਡ ਰਵੇ, ਸਾਡੀ ਬੋਡੀ ਵੀ ਉੱਦਾਂ ਦੀ ਆ। ਸੋ ਸਾਡੀ ਬੋਡੀ ਨੂੰ ਕੀ ਚਾਹੀਦਾ, ਅਸੀਂ ਸ਼ੁਰੂ ਕਰਦੇ ਹਾਂ ਮਾਈਂਡ ਤੋਂ। ਮਾਈਂਡ ਨੂੰ ਓਬਵੀਅਸਲੀ ਇੱਕ ਪੀਸ ਚਾਹੀਦਾ ਹੈ, ਇੱਕ ਫੋਕਸ ਚਾਹੀਦਾ, ਇੱਕ ਕਾਮਨੈਸ ਚਾਹੀਦੀ ਆ। ਸੋ ਉਹ ਕਿੱਥੋਂ ਸ਼ੁਰੂ ਹੋਣੀ ਹੈ? ਇੰਟਰਨਲ ਤੋਂ ਸਾਡੇ, ਠੀਕ ਹੈ। ਬਸ ਅਸੀਂ ਆਪਣੀ ਬੋਡੀ ਨੂੰ ਕੀ ਦਿੰਦੇ ਆ, ਅਸੀਂ ਅੰਦਰ ਕੀ ਪੇਸ਼ ਕਰਦੇ ਆ, ਕੀ ਖਾਂਦੇ ਆ, ਉਹ ਜਦੋਂ ਆਪਾਂ ਸੋਚ ਕੇ ਖਾਂਦੇ ਆ ਤੇ ਆਪਣੇ ਆਪ ਨੂੰ ਵਧੀਆ ਟਰੀਟ ਕਰਦੇ ਆ, ਉਹਨਾਂ ਤੁਸੀਂ ਬਲੂਮਡ ਰਹਿੰਦੇ ਆ, ਠੀਕ ਹੈ। ਸੋ ਡਾਈਟ ਦੇ ਵਿੱਚ ਆਪਣਾ ਜਿੱਦਾਂ ਵੀ ਤੁਸੀਂ ਨਿਊਟ੍ਰੀਸ਼ਨ ਵਾਈਜ਼ ਹੋ ਗਿਆ, ਤੇ ਇੱਦਾਂ ਹੀ ਵਾਟਰ ਤੇ ਸਲੀਪ, ਇਹ ਇੱਕ ਪਾਰਟ ਆ, ਕਿਉਂਕਿ ਵਾਟਰ 70% ਤੁਹਾਡੇ ਬੋਡੀ 'ਚ ਵਾਟਰ ਆ, ਤੁਹਾਡੇ ਮਸਲਸ 'ਚ ਵਾਟਰ ਆ, ਠੀਕ ਹੈ। ਸੋ ਆਪਣੇ ਆਪ ਨੂੰ ਹਾਈਡਰੇਟਡ ਰੱਖਣਾ, ਕਿਉਂਕਿ ਐਵਰੀ ਟਾਈਮ ਅਸੀਂ ਯੂਰੀਨੇਟ ਕਰਦੇ ਹਾਂ, ਐਵਰੀ ਟਾਈਮ ਸਾਡੀ ਬੋਡੀ ਕੁਛ ਐਕਸਕ੍ਰੀਟ ਕਰਦੀ, ਸਾਡੇ ਇਲੈਕਟ੍ਰੋਲਾਈਟਸ ਜਿਹੜੇ ਹੈਗੇ ਆ ਇੰਪੋਰਟੈਂਟ ਸਾਡੇ ਬੋਡੀ 'ਚ, ਉਹ ਬਾਹਰ ਐਕਸਕ੍ਰੀਟ ਹੁੰਦੇ ਆ। ਸੋ ਉਹਨੂੰ ਅਗੇਨ ਰੀਫਿਊਲ ਕਰਨਾ ਸਾਡੀ ਬੋਡੀ ਨੂੰ, ਤੇ ਇਹ ਚੀਜ਼ਾਂ ਦੇਣੀਆਂ ਬਹੁਤ ਜ਼ਰੂਰੀ ਆ। ਐਂਡ ਹਾਈਡਰੇਸ਼ਨ ਦੇ ਤੌਰ 'ਤੇ ਅਸੀਂ ਵਾਟਰ ਵੀ ਪੀਣਾ ਆ, ਕਿਉਂਕਿ ਕਈ ਵਾਰੀ ਇੱਦਾਂ ਆ ਲੋਕੀ ਕੀ ਬਸ ਮੈਂ ਸਵੇਰੇ 1 ਗਲਾਸ ਪਾਣੀ ਪੀਂਦਾ ਆ, ਫਿਰ ਕਿਤੇ ਮੈਨੂੰ ਸ਼ਾਇਦ ਦੋ ਕੁ ਗਲਾਸ ਮੈਂ ਕਿਤੇ ਪੀ ਲਾਂ, ਹੈ ਨਾ। ਉਹ ਨੀਡ ਨਹੀਂ ਪੂਰੀ ਹੁੰਦੀ, ਫਿਰ ਉਹਦੇ ਨਾਲ ਕਈ ਵਾਰੀ ਬੰਦਾ ਕਹਿੰਦਾ ਹਾਂਜੀ ਵੀ ਸਾਨੂੰ ਚੱਕਰ ਬੜੇ ਆਉਂਦੇ ਆ, ਜਾਂ ਮੈਨੂੰ ਡਿਜ਼ੀਨੈਸ ਹੁੰਦੀ ਆ, ਜਾਂ ਮੇਰਾ ਮੂੰਹ ਸੁੱਕਦਾ ਆ। ਓਬਵੀਅਸਲੀ ਇੱਕ ਬੋਡੀ ਸਾਈਨ ਦਿੰਦੀ ਆ ਜੀ। ਜਦੋਂ ਤੁਹਾਨੂੰ ਬੋਡੀ ਸਾਈਨ ਦਿੰਦੀ ਆ, ਫਿਰ ਤੇ ਮਤਲਬ ਇਹ ਹੈ ਕਿ ਤੁਹਾਨੂੰ ਬੋਡੀ ਨੂੰ ਕੁਛ ਚਾਹੀਦਾ, ਜਦੋਂ ਪਿਆਸ ਲੱਗੇ ਫਿਰ ਪੀ ਲਓ ਪਾਣੀ। ਹਾਂਜੀ, ਸੋ ਰਿਕੁਆਇਰਮੈਂਟ ਡਿਪੈਂਡ ਕਰਦੀ ਹੈ, ਜਿੱਥੇ ਤੱਕ ਮੈਂ ਸਮਝਦਾ ਲਾਈਕ ਐਡਲਟ ਨੂੰ ਲਾਈਕ 4 ਤੋਂ 5 ਲੀਟਰ ਬਹੁਤ ਆ, ਠੀਕ ਹੈ। ਬਾਕੀ ਅਗਲਿਆਂ ਦਾ ਐਕਟੀਵਿਟੀ ਤੇ ਡਿਪੈਂਡ ਕਰਦਾ ਕਿ ਇਹਨੂੰ ਪਿਆਸ ਜ਼ਿਆਦਾ ਲੱਗਦੀ ਹੈ, ਹੈ ਨਾ। ਬਿਲਕੁਲ। ਸੋ ਜਿੰਨੀ ਪਿਆਸ ਲੱਗਦੀ, ਜਦੋਂ ਪਿਆਸ ਲੱਗਦੀ ਮੈਨੂੰ ਲੱਗਦਾ ਪੀਣਾ ਚਾਹੀਦਾ, ਬਟ ਇੱਕੋ ਵਾਰ ਜ਼ਿਆਦਾ ਨਾ ਪੀਓ, ਉਹਨੂੰ ਲਾਈਕ ਥੋੜਾ ਕਰਕੇ ਥਰੂ ਆਊਟ ਦਾ ਦਿਨ ਤੁਸੀਂ ਪੀਂਦੇ ਰਹੋ ਤਾਂ ਵਧੀਆ ਗੱਲ ਆ ਜੀ। ਸੋ ਦੂਜੀ ਸਲੀਪ ਤਾਂ ਹੁਣ ਤੁਸੀਂ ਜਿਵੇਂ ਸਭ ਤੋਂ ਵਧੀਆ ਐਗਜ਼ਾਮਪਲ ਦੇਵਾਂ, ਤੁਸੀਂ ਫੋਨ ਸਾਰਾ ਦਿਨ ਚਲਾਉਂਦੇ ਆ, ਉਸ ਤੋਂ ਬਾਅਦ ਰਾਤੀ ਆਪਾਂ ਚਾਰਜਿੰਗ ਤੇ ਲਾ ਦਿੰਦੇ ਆ। ਹੁਣ ਜਿੰਨੀ ਦੇਰ ਪੂਰਾ ਚਾਰਜ ਨਹੀਂ ਕਰਦੇ ਉਨੀ ਦੇਰ ਤੁਸੀਂ ਅਗਲੇ ਦਿਨ ਚਲਾ ਨਹੀਂ ਸਕਦੇ, ਬਿਲਕੁਲ, ਠੀਕ ਹੈ। ਸੇਮ ਆਪਣੀ ਬੋਡੀ ਆ, ਤੁਸੀਂ ਸਾਰਾ ਦਿਨ ਉੱਠ ਕੇ ਕੰਮ ਕਰਨਾ, ਕਿਸੇ ਨੂੰ ਮਿਲਣ ਜਾਣਾ, ਆਪਣੀ ਐਕਟੀਵਿਟੀ ਕਰਨੀ, ਜਿਮ ਜਾਣਾ। ਸੋ ਆਪਾਂ ਇੰਨਾ ਟਾਈਮ ਕੰਮ ਕੀਤਾ ਆ, ਸੋ ਜਦੋਂ ਆਪਾਂ ਰਾਤੀ ਜਾਣਾ ਆ, ਆਪਾਂ ਸੌਣ ਤੇ ਫੋਕਸ ਕਿਉਂ ਨਹੀਂ ਕਰਦੇ ਹੈਗੇ?
ਅਸੀਂ ਕਹਿੰਦੇ ਕੋਈ ਨਹੀਂ ਚੱਲ ਠੀਕ ਹੈ, ਕੋਈ ਨਹੀਂ ਚੱਲ ਘੰਟਾ ਠੀਕ ਕੁ ਹੈ, ਹੋਰ ਵੇਖ ਲਈਏ, ਘੰਟਾ ਕਿਤੇ ਹੋਰ ਫੋਨ ਦੇਖ Facebook ਲੈਂਦੇ ਦੇਖ ਆ, ਲਓ, ਆਹ ਦੇਖ ਟੀਵੀ, ਲਓ, ਹਾਂ ਬਿਲਕੁਲ। ਆਪਣਾ ਅਲੱਗ ਟਾਈਮ ਜਿੱਥੇ ਅਸੀਂ ਘੰਟਾ ਸੌ ਸਕਦੇ ਹਾਂ, ਅਸੀਂ ਕਹਿੰਦੇ ਵੀ ਨਹੀਂ ਕੋਈ ਨਹੀਂ ਆਪਾਂ ਆਹ ਚੀਜ਼ ਯੂਜ਼ ਕਰ ਲੈਂਦੇ ਹਾਂ, ਫਿਰ ਲੇਟ ਨਾਈਟ ਕਿਤੇ ਚੱਲ ਜਾਂਦੇ ਯਾਰ, ਹੈ ਨਾ। ਸੋ ਉਹ ਚੀਜ਼ਾਂ, ਨੀਂਦ ਦੀ ਇੰਪੋਰਟੈਂਸ ਇੰਨੀ ਜ਼ਿਆਦਾ ਆ, ਕਿਉਂਕਿ ਸਾਨੂੰ ਉਨੀ ਦੇਰ ਨਹੀਂ ਪਤਾ ਲੱਗਦੀ ਜਿੰਨੀ ਦੇਰ ਅਸੀਂ ਉਹਨੂੰ ਰੈਗੂਲਰ, ਉਹਦੇ ਵਿੱਚ ਵੀ ਸਾਨੂੰ ਕੰਸਿਸਟੈਂਟ ਰਹਿਣਾ ਪੈਂਦਾ। ਹੁਣ ਤੁਸੀਂ ਰੋਜ਼ 8 ਘੰਟੇ ਦੀ ਨੀਂਦ ਲੈ ਕੇ ਸੌਂ, ਤੁਸੀਂ ਮਹੀਨਾ ਰਹੋ, ਤੁਹਾਡੀ ਬੋਡੀ ਨੇ ਤੁਹਾਨੂੰ ਖੁਦ ਦੱਸਣ ਲੱਗ ਪੈਣਾ, ਤੁਸੀਂ ਪੂਰਾ ਦਿਨ ਐਕਟਿਵ ਰਹਿਣਾ, ਤੁਸੀਂ ਕਹਿਣਾ 8 ਘੰਟੇ ਮੈਂ ਵਧੀਆ ਸੁੱਤਾ, ਅਗਲੇ ਦਿਨ ਮੈਂ ਪੂਰਾ ਐਕਟਿਵ ਹਾਂ। ਕਿਉਂਕਿ ਇੱਕ ਦਿਨ ਵੀ ਤੁਸੀਂ ਆਪਣੀ ਨੀਂਦ ਨੂੰ ਸਪੇਅਰ ਕਰਤਾ, ਲਾਈਕ ਤੁਸੀਂ ਸੈਕਰੀਫਾਈਸ ਕਰ ਲਿੱਤਾ ਵੀ ਹਾਂ ਮੈਂ ਨਹੀਂ ਸੋਣਾ ਜਾਂ ਮੈਂ ਮੂਵੀ ਦੇਖਣੀ ਆ, ਅਗਲੇ ਦਿਨ ਤੁਸੀਂ ਉਨੇ ਘੱਟ ਐਕਟਿਵ ਰਹਿਣਾ, ਉੱਠ ਵੀ ਨਹੀਂ ਹੋਣਾ, ਲੇਜ਼ੀਨੈਸ ਰਹਿਣੀ, ਖਾਣ ਨੂੰ ਨਹੀਂ ਮਨ ਕਰਨਾ, ਮੂਡ ਤੁਹਾਡਾ ਸਹੀ ਨਹੀਂ ਰਹਿਣਾ। ਸੋ ਉਹ ਚੀਜ਼ਾਂ ਅਫੈਕਟ ਕਰਦੀਆਂ। ਸੋ ਇੱਕ ਚੀਜ਼ ਹਰ ਇੱਕ ਨਾਲ ਕਨੈਕਟਡ ਆ। ਸਮਝੋ ਜੀ, ਕਈ ਵਾਰੀ ਕੀ ਹੁੰਦਾ ਵਾ ਕਿ ਫੋਰ ਐਗਜ਼ਾਮਪਲ ਮੈਂ ਇੱਕ ਵਧੀਆ ਡਾਈਟ ਫੋਲੋ ਕਰ ਰਿਹਾ 4-5 ਦਿਨ, ਵੀਕਐਂਡ ਤੇ ਹੁੰਦਾ ਵੀ ਚੱਲ ਯਾਰ ਥੋੜਾ ਜਿਹਾ ਨਾ ਚੀਟ ਡੇ ਮਨਾ ਲੈਂਦੇ ਆਪਾਂ ਜੀ, ਤੇ ਵੀਕਐਂਡ ਦੇ ਇੱਥੇ ਫੈਮਲੀਜ਼ ਤੁਹਾਨੂੰ ਪਤਾ ਕਈ ਵਾਰੀ ਰੈਸਟੋਰੈਂਟ ਵਗੈਰਾ ਦੇ ਵਿੱਚ ਚੱਲ ਜਾਂਦੇ ਆ ਵੀ ਉੱਥੇ ਮਸਾਲੇਦਾਰ ਭੋਜਨ ਹੁੰਦਾ ਵਾ, ਲੱਛੇ ਵਾਲੇ ਪਰੌਂਠੇ ਆ ਜਾਂਦੇ, ਗਾਰਲਿਕ ਨਾਨ ਆ ਜਾਂਦੇ ਆ ਜੀ। ਸੋ ਉਸ ਸਿਚੁਏਸ਼ਨ ਦੇ ਵਿੱਚ ਕਿਵੇਂ ਅਸੀਂ ਕੈਲਰੀ ਕਾਊਂਟ ਕਰ ਸਕੀਏ ਵੀ ਜਿਹੜੀ ਡਾਈਟ ਆ ਉਹਦਾ ਕੋਈ ਮਾੜਾ ਅਸਰ ਨਾ ਹੋ ਜਾਏ, ਵੀ ਜੋ 5 ਦਿਨਾਂ ਦੀ ਮਿਹਨਤ ਕੀਤੀ ਸੀ ਉਹ ਖੂਹ ਖਾਤੇ ਨਾ ਪੈ ਜਾਏ, ਕੀ ਕੀਤਾ ਜਾ ਸਕਦਾ? ਸੋ ਸਾਡੀ ਕਮਿਊਨਿਟੀ ਦੇ ਵਿੱਚ ਇੰਡੀਅਨ ਕਲਚਰ 'ਚ ਲਾ ਲਓ, ਇੱਕ ਹੁੰਦਾ ਆ ਵੀ ਜਿਸ ਦਿਨ ਛੁੱਟੀ ਆ ਗਈ ਬਸ ਅਸੀਂ ਸਵੇਰੇ ਪਰੌਂਠਿਆਂ ਤੋਂ ਸ਼ੁਰੂ ਹੋਣਾ ਆ, ਬਿਲਕੁਲ, ਤੇ ਮਟਰ ਪਨੀਰ ਤੇ ਰੁਕਣਾ ਆ ਗਿਆ ਰਾਤੀ। ਸੋ ਗੱਲ ਇਹ ਹੈ ਕਿ ਜਦੋਂ ਆਪਾਂ ਅੱਛਾ ਤੁਸੀਂ 5 ਦਿਨ ਆਪਣੇ ਵੱਲੋਂ ਡਾਈਟਿੰਗ ਕੀਤੀ ਹੈ, ਤੁਸੀਂ ਆਪਣੇ ਆਪ ਨੂੰ ਕੈਲਰੀ ਰਿਸਟ੍ਰਿਕਟ ਕੀਤਾ ਕਿ ਮੈਂ ਆਹ ਚੀਜ਼ ਖਾਣੀ, ਆਹ ਨਹੀਂ ਖਾਣੀ। ਹੁਣ ਵੀਕਐਂਡ ਤੇ ਅਸੀਂ ਮੇਨਲੀ ਤੇ ਇਹ ਚੀਜ਼ ਆ, ਹੁਣ 5 ਦਿਨ ਤੁਸੀਂ ਕੰਮ ਵੀ ਕੀਤਾ, 5 ਦਿਨ ਤੁਸੀਂ ਵਰਕਆਊਟ ਵੀ ਕੀਤਾ, ਤੇ ਤੁਸੀਂ ਆਪਣੇ ਵੱਲੋਂ ਕਲੀਨ ਵੀ ਖਾਦਾ, ਸੋ ਬੋਡੀ ਬੈਲੈਂਸਡ ਰਹੀ। ਬਿਲਕੁਲ। ਸੋ ਵੀਕਐਂਡ ਤੇ ਕੀ ਹੁੰਦਾ, ਮੇਨਲੀ ਆਪਾਂ ਕਰਦੇ ਹਾਂ ਕਿ ਵੀਕਐਂਡ ਤੇ ਇੱਕ ਤੇ ਸਾਡਾ ਡੇ ਆਫ, ਉਤੋਂ ਵਰਕਆਊਟ ਵੀ ਨਹੀਂ ਕੀਤਾ, ਉਤੋਂ ਅਸੀਂ ਜ਼ਿਆਦਾ ਖਾ ਲਿਆ। ਬਿਲਕੁਲ। ਸੋ ਜਿੱਥੇ ਬੋਡੀ ਨੇ ਘੱਟ ਯੂਜ਼ ਕਰਨਾ ਸੀ ਅਸੀਂ ਉੱਥੇ ਜ਼ਿਆਦਾ ਦੇ ਦਿੱਤਾ, ਠੀਕ ਹੈ। ਤੇ ਉਹਦੇ ਨਾਲ ਕੀ ਹੋਣਾ, ਜਿਹੜਾ ਤੁਸੀਂ 5 ਦਿਨ ਬੈਲੈਂਸ ਕੀਤਾ ਉਹ 2 ਦਿਨ 'ਚ ਤੁਸੀਂ ਕਸਰ ਪੂਰੀ ਕਰ ਦੇਣੀ, ਠੀਕ ਹੈ। ਸੋ ਆਪਾਂ ਉਹਨੂੰ ਟੈਕਲ ਕਿੱਦਾਂ ਕਰ ਸਕਦੇ ਹਾਂ, ਇਹਦਾ ਤਰੀਕਾ ਇਹ ਹੈ ਕਿ ਅਸੀਂ ਵੀਕਐਂਡ ਤੇ ਜਦੋਂ ਵੀ ਕਿਤੇ ਬਾਹਰ ਜਾਂਦੇ ਹਾਂ, ਲੱਛੇ ਤੁਸੀਂ ਦੁਪਹਿਰੇ ਬਾਹਰ ਜਾਣਾ, ਤੁਸੀਂ ਬਾਕੀ ਦਿਨ ਜੋ ਖਾਣਾ ਆ ਉਹ ਆਪਣੀ ਉੱਦਾਂ ਹੀ ਮੀਲਸ ਖਾਓ ਜਿੱਦਾਂ ਖਾਣੀਆਂ। ਬਿਲਕੁਲ, ਠੀਕ ਹੈ, ਜੋ ਤੁਹਾਡਾ ਹੈਗਾ ਆ। ਸੋ ਉਹ ਮੈਂ ਕਹਿੰਦਾ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਇਦਾਂ ਕਰੋ, ਜਿੱਥੇ ਤੁਸੀਂ ਲੱਛੇ ਤੁਹਾਡੇ ਸਵੇਰੇ ਓਟਸ ਦੇ ਨਾਲ ਐਗਸ ਆ, ਤੁਸੀਂ ਆਪਣੇ ਐਗਸ ਖਾ ਲਓ, ਨਾਲ ਆਪਣੀ ਕਾਫੀ ਪੀ ਲਓ, ਜਾਂ ਤੁਸੀਂ ਫਰੂਟਸ ਖਾ ਲਓ, ਫਿਰ ਓਟਸ ਕੱਢ ਦਿਓ ਬਾਹਰ। ਬਿਲਕੁਲ, ਠੀਕ ਹੈ। ਸੋ ਪ੍ਰੋਟੀਨ ਰੱਖੋ, ਕਾਰਬਸ ਫੈਟ ਕੱਢ ਦਿਓ, ਪ੍ਰੋਟੀਨ ਰੱਖੋ, ਕਾਰਬਸ ਫੈਟ ਕੱਢ ਦਿਓ। ਕਿਉਂਕਿ ਤੁਹਾਨੂੰ ਪਤਾ ਮੈਂ ਰਾਤੀ ਬਾਹਰ ਜਾਣਾ, ਮੇਰੇ ਕੋਲ ਜ਼ਿਆਦਾ ਖਾ ਹੋ ਜਾਣਾ, ਠੀਕ ਹੈ। ਹੁਣ ਤੁਸੀਂ ਆਪਾਂ ਉੱਥੋਂ ਕੱਢਿਆ, ਆਪਾਂ ਨੂੰ ਇੰਜੋਏ ਕਰਨ ਦੇ ਲਈ ਵੀ ਪਤਾ ਇੱਕ ਦਿਨ ਆਪਾਂ ਯਾਰ ਬਾਹਰ ਉੱਥੇ ਰੋਟੀ ਖਾ ਜਾਣੀ ਜਾਂ ਚੌਲ ਖਾਣੇ ਹੈ ਨਾ, ਬਟ ਜਦੋਂ ਅਸੀਂ ਬਾਹਰ ਜਾਣਾ ਆ ਘੁੰਮਣ, ਉੱਥੇ ਵੀ ਅਸੀਂ ਇਹ ਧਿਆਨ ਰੱਖਣਾ ਕਿ ਅਸੀਂ ਜ਼ਿਆਦਾ ਆਇਲੀ ਫੂਡ ਨਾ ਖਾਈਏ ਤੇ ਕੰਟਰੋਲਡ ਖਾਈਏ, ਲਾਈਕ ਓਵਰ ਈਟਿੰਗ ਨਾ ਕਰੀਏ। ਬਿਲਕੁਲ, ਜਿੱਥੇ ਤੁਹਾਡੀ 100% ਭੁੱਖ ਆ ਤੁਸੀਂ 70% ਉਹ ਖਾਓ, ਜੇ ਤੁਸੀਂ ਬਲੋਟਿੰਗ ਤੋਂ ਬਚਣਾ, ਜੇ ਤੁਸੀਂ ਆਪਣੇ ਲਾਈਕ ਪੇਟ ਖਰਾਬ ਹੋਣ ਤੋਂ ਬਚਣਾ, ਕਿਉਂਕਿ ਮੁੜ ਕੇ ਇਹ ਜਦੋਂ ਆਪਾਂ ਜ਼ਿਆਦਾ ਖਾ ਲੈਂਦੇ ਆ ਮਸਾਲੇ ਵਾਲੀਆਂ ਚੀਜ਼ਾਂ, ਸਾਡੀ ਗਟ ਨੂੰ ਬਹੁਤ ਅਫੈਕਟ ਕਰਦੀ ਉਹ ਚੀਜ਼। ਸੋ ਅਸੀਂ ਉੱਥੇ ਕੀ ਕਰ ਸਕਦੇ ਹਾਂ, ਹੈਲਥੀ ਚੋਇਸਿਸ ਤੇ, ਜਿੱਥੇ ਤੁਸੀਂ ਹੁਣ ਕੁਛ ਖਾਣਾ ਆ, ਫਰਾਈਡ ਖਾਣਾ ਆ ਜਾਂ ਤੁਸੀਂ ਕਰੀ ਵਾਲਾ ਖਾਣਾ, ਉਹਦੀ ਜਗ੍ਹਾ ਤੁਸੀਂ ਰੋਸਟਡ ਮੰਗਾ ਲਓ, ਠੀਕ ਹੈ। ਤੇ ਕੋਈ ਸਬਜ਼ੀ ਇਹੋ ਜਿਹੀ ਦੇਖੋ ਵੀ ਜਿਹਦੇ ਵਿੱਚ ਘੱਟ ਆਇਲ ਯੂਜ਼ ਹੁੰਦਾ ਹੋਵੇ। ਬਾਕੀ ਜਦੋਂ ਵੀ ਤੁਸੀਂ ਕਿਤੇ ਇੰਡੀਅਨ ਫੂਡ ਖਾਣ ਜਾਣਾ ਆ, ਉਹਨਾਂ ਨੂੰ ਤੁਸੀਂ ਕਹਿ ਕੇ ਵੀ ਕਹਿ ਸਕਦੇ ਵੀ ਇਹਦੇ ਵਿੱਚ ਮੱਖਣ ਨਾ ਪਾਈ ਐਕਸਟਰਾ, ਇਹਦੇ ਵਿੱਚ ਆਇਲ ਨਾ ਪਾਈ ਐਕਸਟਰਾ। ਬਿਲਕੁਲ, ਤੇ ਰੋਟੀ ਵੀ ਤੁਸੀਂ ਬਿਨਾਂ ਆਇਲ ਤੋਂ ਖਾ ਸਕਦੇ ਆ। ਸੋ ਇਹ ਛੋਟੀਆਂ ਚੀਜ਼ਾਂ ਵੀ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਤੁਹਾਡੀ। ਜਾਂ ਤੁਸੀਂ ਕੋਈ ਵੈਸਟਰਨ ਫੂਡ ਖਾਣਾ ਤੇ ਸਾਈਡ ਤੇ ਕੈਲਰੀਜ਼ ਲਿਖੀਆਂ ਹੁੰਦੀਆਂ, ਉੱਥੇ ਚੈੱਕ ਕੀਤਾ ਜਾ ਸਕਦਾ। ਹਾਂਜੀ, ਇੱਕ ਕੈਲਰੀਜ਼ ਅਪਰੋਕਸੀਮੇਸ਼ਨ ਆ, ਕਿਉਂਕਿ ਉਹਨਾਂ ਨੂੰ ਵੀ ਇੰਨਾ ਪਤਾ ਕਿ ਹਾਂ, ਉਹਨਾਂ ਕੋਲ ਕੀ ਪਤਾ ਹਰ ਵਾਰ ਉਹ ਇਹ ਥੋੜੀ ਕਿ ਇੱਕ ਪੱਤਾ ਜ਼ਿਆਦਾ ਪਊਗਾ, ਇੱਕ ਪੱਤਾ ਘੱਟ ਪਊਗਾ ਜਾਂ ਇਹ ਚੀਜ਼, ਉਹ ਇੱਕ ਅਪਰੋਕਸੀਮੇਸ਼ਨ ਆ। ਬਿਲਕੁਲ, ਸੋ ਸਾਨੂੰ ਬਸ ਆਈਡੀਆ ਆ ਇੱਕ ਵੀ ਹਾਂ ਅਸੀਂ ਆਹ ਚੀਜ਼ ਕਰਦੇ ਪਏ ਹਾਂ, ਕਿਉਂਕਿ ਬੋਡੀ ਇੱਕ ਦਿਨ ਦੇ ਹਿਸਾਬ ਨਾਲ ਨਹੀਂ ਚੱਲਣੀ ਹੈਗੀ, ਠੀਕ ਹੈ। ਬੋਡੀ ਨੇ ਤੁਹਾਡੇ ਲਾਈਕ ਵੀਕਲੀ ਬੇਸਿਸ ਤੇ ਆ, ਤੁਸੀਂ 7 ਦਿਨ ਕੀਤਾ ਫਿਰ ਉਹਨੇ ਹੁਣ ਅੱਜ ਤੁਸੀਂ ਜੇ ਤੁਸੀਂ 6 ਦਿਨ ਵਧੀਆ ਖਾਂਦੇ ਆ ਤੇ ਤੁਸੀਂ ਇੱਕ ਦਿਨ ਵਿੱਚੋਂ ਇੱਕ ਟਾਈਮ ਕਿਤੇ ਉੱਤੇ ਥੱਲੇ ਖਾ ਲਿਆ ਤੇ ਉਹਨੇ ਉਸ ਟਾਈਮ ਨਾਲ ਨਹੀਂ ਉਹਨੇ ਕਰਨਾ, ਉਹਨੇ ਤੁਹਾਡੀ ਲੌਂਗੇਟਿਵਿਟੀ ਦੇਖਣੀ, ਤੁਸੀਂ ਕਿੰਨੇ ਟਾਈਮ ਲਈ ਲਗਾਤਾਰ ਕਰਦੇ, ਫਿਰ ਰਿਜ਼ਲਟਸ ਆਣੇ ਆ। ਬਿਲਕੁਲ। ਸੋ ਸਾਡੇ ਦਰਸ਼ਕਾਂ ਨੂੰ ਇਹੀ ਸੁਨੇਹਾ ਦੇ ਸਕਦੇ ਆ ਕਿ ਭਾਈ ਜਿੱਦਾਂ ਆਪਾਂ ਡਾਈਟ ਨੂੰ ਮੇਨਟੇਨ ਕਰਦੇ ਆ, ਚੀਟ ਕਰੋ, ਪਰ ਇੰਨਾ ਕੁ ਚੀਟ ਨਾ ਕਰੋ ਕਿ ਜਿਹੜੀ ਮਿਹਨਤ ਕੀਤੀ ਸੀ ਉਹ ਬਿਲਕੁਲ ਖੋ ਖੇਰੇ ਹੋ ਜੇ। ਸੋ ਰੈਸਟੋਰੈਂਟ ਵੀ ਜਾਓ, ਬਾਹਰ ਘੁੰਮਣ ਫਿਰਨ ਵੀ ਜਾਓ, ਖਾਓ ਪੀਓ, ਪਰ ਜਿਹੜੀਆਂ ਬਾਕੀ ਸਵੇਰ ਦੀ ਮੀਲ ਆ ਜਾਂ ਰਾਤ ਦੀ ਮੀਲ ਆ, ਉੱਥੇ ਕਿਤੇ ਨਾ ਕਿਤੇ ਥੋੜਾ ਜਿਹਾ ਕੰਪਰੋਮਾਈਜ਼ ਕਰ ਲਈਏ ਤੇ ਜਿਹੜੇ ਨਤੀਜੇ ਨੇ ਬਿਹਤਰ ਹੋ ਸਕਦੇ ਨੇ। ਤੁਸੀਂ ਇੱਕ ਨਵਾਂ ਕਨਸੈਪਟ ਜ਼ਿਕਰ ਕੀਤਾ, ਗਟ ਹੈਲਥ, ਇਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਵਿਸ਼ਾ ਵਾ, ਇਹਦੇ ਉੱਪਰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਜਾਣਕਾਰੀ ਬਹੁਤ ਵਧੀਆ ਸੀ, ਮੈਨੂੰ ਆਸ ਹੈ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਲਾਹਾ ਲੈਣਗੇ
ਤੇ ਤੁਸੀਂ ਆਪਣੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਤੇ ਨਾਲ ਦੇ ਨਾਲ ਅਗਰ ਤੁਹਾਨੂੰ ਕਿਸੇ ਨੇ ਸੰਪਰਕ ਕਰਨਾ ਹੋਵੇ ਵੀ ਭਾਈ ਤੁਹਾਡੀ ਕੋਈ ਗਾਈਡੈਂਸ ਲੈਣੀ ਆ, ਤੁਹਾਡੀ ਕੋਈ ਟ੍ਰੇਨਿੰਗ ਚਾਹੁੰਦੇ ਆ ਜਾਂ ਫੂਡ ਨਿਊਟ੍ਰੀਸ਼ਨ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਲੈਣੀ ਹੈ ਤੇ ਆਪਣਾ ਕੰਟੈਕਟ ਨੰਬਰ ਵਗੈਰਾ ਸਾਂਝਾ ਕਰ ਸਕਦੇ ਹੋ ਤੁਸੀਂ। ਬਿਲਕੁਲ ਜੀ। ਸੋ ਜਿੰਨੇ ਵੀ ਜਾਣੇ ਦੇਖਦੇ ਪਏ ਆ ਚੈਨਲ ਨੂੰ ਤੇ ਜਿਹੜੇ ਵੀ ਮੈਨੂੰ ਕੰਟੈਕਟ ਕਰਨਾ ਚਾਹੁੰਦੇ ਆ ਉਹ ਮੈਨੂੰ ਮੇਰੇ ਇੰਸਟਾਗ੍ਰਾਮ ਤੇ ਮੈਨੂੰ ਕੰਟੈਕਟ ਕਰ ਸਕਦੇ ਆ। ਮੇਰੇ ਇੰਸਟਾਗ੍ਰਾਮ ਦਾ ਨੇਮ ਹੈਗਾ ਆ _ਸਰਬਜੋਤ ਸਿੰਘ _ ਸੋ ਮੇਰਾ ਨਾਮ ਹੈਗਾ ਸਰਬਜੋਤ ਸਿੰਘ, ਉਹਦੇ ਫਰੰਟ ਤੇ ਬੈਕ ਤੇ _ ਹੈਗਾ। ਮੇਰਾ YouTube ਚੈਨਲ ਵੀ ਹੈਗਾ ਆ ਸਰਬ ਫਿਟਨੈਸ ਕਰਕੇ। ਸੋ ਜਿੰਨੇ ਵੀ ਮੈਨੂੰ ਕੰਟੈਕਟ ਕਰਨਾ ਹੈ ਤੁਸੀਂ ਮੈਨੂੰ ਉਸ ਪੇਜ ਦੇ ਉੱਤੇ DM ਕਰ ਸਕਦੇ ਹੋ। ਨਿਊਟ੍ਰੀਸ਼ਨ ਦੇ ਬਾਰੇ, ਪਰਸਨਲ ਟ੍ਰੇਨਿੰਗ ਬਾਰੇ, ਆਨਲਾਈਨ ਕੋਚਿੰਗ ਬਾਰੇ ਮੈਂ ਜਿੱਦਾਂ ਵੀ ਹੈਲਪ ਕਰ ਸਕਦਾ ਹੋਇਆ ਮੈਂ ਤੁਹਾਡੀ ਹੈਲਪ ਕਰੂੰਗਾ। ਤੇ ਬਾਕੀ ਇਹ ਚੈਨਲ ਨੂੰ ਪਿਆਰ ਦਿੰਦੇ ਰਹੋ, ਸਪੋਰਟ ਦਿੰਦੇ ਰਹੋ। ਅਸੀਂ ਨੈਕਸਟ ਟਾਈਮ ਫਿਰ ਇੱਕ ਟੌਪਿਕ ਲੈ ਕੇ ਆਵਾਂਗੇ ਤੇ ਹੋਪ ਕਰਦਾ ਕਿ ਮੇਰੀ ਜਿੰਨੀ ਵੀ ਮੈਂ ਨੌਲੇਜ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਤੁਹਾਡੇ ਕਿਸੇ ਨਾ ਕਿਸੇ ਕੰਮ ਆਵੇ ਤੇ ਇਹੀ ਤੁਹਾਡਾ ਰਿਸਪੌਂਸ ਜਿਹੜਾ ਉਹ ਮੈਨੂੰ ਮੋਟੀਵੇਟ ਕਰਦਾ ਅੱਗੇ ਵਧਣ ਨੂੰ। ਤੇ ਅਸੀਂ ਫਿਰ ਨੈਕਸਟ ਟਾਈਮ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ। ਸਰਬਜੋਤ ਜੀ ਬਹੁਤ ਬਹੁਤ ਧੰਨਵਾਦ। ਔਰ ਜਿਹੜੀਆਂ ਆਉਣ ਵਾਲੇ ਕੰਪੀਟੀਸ਼ਨ ਹੈ ਨਾ ਜਿਹੜਾ ਐਡਮਿੰਟਨ ਸ਼ਹਿਰ ਦੇ ਵਿੱਚ ਹੋਣਾ ਜੁਲਾਈ ਦੇ ਮਹੀਨੇ, ਉਹਦੇ ਲਈ ਵੀ ਸਾਡੇ ਵੱਲੋਂ ਸ਼ੁਭ ਇੱਛਾਵਾਂ ਨੇ। ਤੇ ਇਸੇ ਤਰ੍ਹਾਂ ਜੀ ਆਪਾਂ ਰਲ ਮਿਲ ਕੇ ਇੱਕ ਚੰਗਾ ਸਮਾਜ ਜਿਹੜਾ ਵਾ, ਇੱਕ ਨਰੋਆ ਸਮਾਜ ਆ, ਉਹ ਸਿਰਜਣ ਦੀ ਕੋਸ਼ਿਸ਼ ਕਰਾਂਗੇ। ਲੋਕਾਂ ਨੂੰ ਹੈਲਥ ਨਾਲ ਰਿਲੇਟਡ ਜਾਣਕਾਰੀਆਂ ਜਿਹੜੀਆਂ ਦਿੰਦੇ ਰਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੁਸੀਂ ਸਟੂਡੀਓ 'ਚ ਆਏ ਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਸ਼ੁਕਰੀਆ। ਸੋ ਇਹ ਸਨ ਸਰਬਜੋਤ ਸਿੰਘ, ਬੜੀਆਂ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਇਸਤੇਮਾਲ ਕਰੋਗੇ ਤੇ ਇਹਨਾਂ ਦਾ ਲਾਹਾ ਵੀ ਲਓਗੇ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮਨਜੀਤ ਸਿੰਘ ਫਿਰਮਨ ਨੂੰ ਦਿਓ ਜੀ ਇਜਾਜ਼ਤ ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਧੰਨਵਾਦ।